ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਵੋ, ਗੁਰ ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜੁਨ ਬਿਗਨਨ ਕੇ ਨਾਸ਼ਕ, ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਨਾਮ ਬਹੋਰੀ। ਗੁਰ ਤੇਗ ਬਹਾਦੁਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋ ਤਰਾ ਧਰ ਪੁਨ ਪੁਨ ਸੀਸਾ। ਵਾਹਿਗੁਰੂ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਸ਼੍ਰੀ ਨਾਨਕ ਪਰਸ਼ੋਤਮੰ ਪਰਮ ਪਰਾਵਰਨਾਥ। ਯੁਗਲ ਚਰਨ ਮਮ ਬੰਦਨਾ, ਧਰ ਪਰ ਧਰ ਕਰ ਮਾਥ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਹਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਾਰੋ ਜੁਲਖਾ ਨਾਮ ਸੋ ਆਇਓ, ਸੁਨ ਜਸ ਕੋ ਮਿਲ ਬੇਜ ਲਚਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਅੰਤਰਯਾਮੀ ਗੁਰੂ ਗਰੀਬ ਨਿਵਾਜ, ਕੋਟ ਬ੍ਰਹਮੰਡਾਂ ਦੇ ਸਾਈਂ, ਕਲਯੁਗ ਦੇ ਤਾਰਨਹਾਰ, ਸ਼ਬਦਾ ਅਵਤਾਰ ਸਤਿਗੁਰੂ, ਚਵਰ ਛਤਰ ਤਖਤ ਦੇ ਮਾਲਕ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ, ਗੋਦ ਦਾ ਆਨੰਦ ਮਾਣ ਰਹੀ ਗੁਰੂ ਕਾ ਖਾਸ ਰੂਪ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀ। ਜਿਨਕੇ ਭਾਗ ਵੱਡੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਜਿਨ੍ਹਾਂ ਦੇ ਪਾਤਸ਼ਾਹ ਨੇ ਮਿਹਰ ਭਰਿਆ ਹੱਥ ਸੀਸ ਤੇ ਰੱਖਿਆ ਹੈ, ਉਹਨਾਂ ਨੂੰ ਮਹਾਰਾਜ ਨੇ ਆਪਣੀ ਸਤਸੰਗਤ ਦੀਆਂ ਘੜੀਆਂ ਦੇ ਅੰਦਰ ਆਪਣਾ ਜਸ ਸਰਵਣ ਕਰਨ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਗੁਰੂ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਦੂਸਰੀ ਜੋਤ ਗੁਰੂ ਅੰਗਦ ਦੇਵ ਪਾਤਸ਼ਾਹ, ਸਿੱਖਾਂ ਦਾ ਉਧਾਰ ਕਰਦੇ ਹੋਏ ਮਹਾਰਾਜ ਜੀ ਉਹਨਾਂ ਨੂੰ ਉਪਦੇਸ਼ ਦੇ ਰਹੇ ਨੇ, ਜੋ ਕਿ ਸ਼ਹੀਦ ਭਾਈ ਮਣੀ ਸਿੰਘ ਜੀ ਨੇ ਸਿੱਖਾਂ ਦੀ ਭਗਤਮਾਲ ਗ੍ਰੰਥ ਦੇ ਅੰਦਰ ਸਾਰੇ ਗੁਰੂ ਕੇ ਸਿੱਖਾਂ ਦਾ ਜ਼ਿਕਰ ਕੀਤਾ ਹੈ। ਇਹੀ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀ 11ਵੀਂ ਵਾਰ ਦੇ ਅੰਦਰ ਭਗਤਾਂ ਦੇ ਨਾਮ ਲਿਖੇ ਨੇ। ਜਿਹੜੀ ਕਥਾ ਹੁਣ ਚੱਲ ਰਹੀ ਹੈ ਪਹਿਲੀ ਰਾਸ ਦੇ ਅੰਦਰ ਦੂਸਰੇ ਪਾਤਸ਼ਾਹ ਦੀ, ਇਹ ਸਾਰੀ ਕਥਾ ਭਾਈ ਸੂਰਤ ਸਿੰਘ ਜੀ ਤੋਂ ਸ਼ਹੀਦ ਭਾਈ ਮਣੀ ਸਿੰਘ ਜੀ ਨੇ ਲਿਖਵਾਈ ਸੀ। ਉਪਰੰਤ ਕਵੀਰਾਜ ਚੂੜਾਮਣੀ ਸੰਤੋਖ, ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਸ਼੍ਰੀ ਸੂਰਜ ਪ੍ਰਕਾਸ਼ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੇ ਅੰਦਰ ਬੜੀ ਕਿਰਪਾ ਕੀਤੀ ਹੈ, ਸਾਡੇ ਗੁਰਸਿੱਖਾਂ ਤੱਕ ਇਹ ਇਤਿਹਾਸ ਪਹੁੰਚਾਇਆ ਹੈ। ਪਾਤਸ਼ਾਹ ਜੀ ਦਾ ਆਪ ਜੀ ਨੇ ਪਿਛਲੇ ਪ੍ਰਸੰਗਾਂ ਦੇ ਅੰਦਰ ਸਰਵਣ ਕੀਤਾ। ਮਹਾਰਾਜ ਨੇ ਧਿੰਗਾ ਨਾਈ ਜੀ ਨੂੰ ਉਪਦੇਸ਼ ਕਰਦਿਆਂ ਹੋਏ ਉਹਨਾਂ ਨੂੰ ਸਿੱਖੀ ਦੇ ਮਾਰਗ ਤੇ ਪਾਇਆ।
ਅੱਜ ਪਾਤਸ਼ਾਹ ਦੇ ਕੋਲ ਡੱਲੇ ਵਾਸੀ ਭਾਈ ਪਾਰੋ ਜੁਲਕਾ ਜੀ ਜੋ ਕਿ ਬ੍ਰਹਮ ਗਿਆਨੀ ਸਿੱਖ ਹੋਏ ਨੇ, ਉਹ ਮਹਾਰਾਜ ਕੋਲ ਆਏ ਨੇ। ਆਓ ਉਹਨਾਂ ਦੀ ਤੇ ਸਤਿਗੁਰਾਂ ਦੀ ਪਾਵਨ ਪਵਿੱਤਰ ਵਾਰਤਾਲਾਪ ਸਰਵਣ ਕਰੀਏ। ਬੜੇ ਪ੍ਰੇਮ ਦੇ ਨਾਲ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਪਾਤਸ਼ਾਹ ਦਾ ਗੁਰਮੰਤਰ ਜਪੀਏ ਤੇ ਕਥਾ ਨੂੰ ਸਰਵਣ ਕਰੀਏ। ਆਖਣਾ ਕਰੀਏ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਪਾਰੋ ਜੁਲਖਾ ਨਾਮ ਸੋ ਆਇਓ। ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਕੋਲ ਭਾਈ ਪਾਰੋ ਜੁਲਕਾ ਜੀ, ਇੱਕ ਗੁਰੂ ਕਾ ਪ੍ਰੇਮੀ ਸਿੱਖ, ਪਾਤਸ਼ਾਹ ਦੇ ਦਰਸ਼ਨ ਕਰਨ ਲਈ ਸ਼੍ਰੀ ਖੰਡੂਰ ਸਾਹਿਬ ਦੀ ਧਰਤੀ ਤੇ ਆਇਆ ਹੈ। ਸੁਨ ਜਸ ਕੋ ਮਿਲ ਬੇ ਲਲਚਾਇਓ। ਉਹ ਪਾਤਸ਼ਾਹ ਜੀ ਦਾ ਜਸ ਸੁਣ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੰਗਤ ਤੋਂ ਉਸਤਤ ਸੁਣ ਕੇ ਉਹਨਾਂ ਨੂੰ ਮਿਲਣ ਦੀ ਇੱਛਾ, ਉਹਨਾਂ ਦੇ ਨਾਲ ਪ੍ਰੇਮ ਦੇ ਨਾਲ ਵਾਰਤਾਲਾਪ ਕਰਨ ਦੀ ਇੱਛਾ, ਗੁਰੂ ਤੋਂ ਉਪਦੇਸ਼ ਲੈਣ ਦੀ ਇੱਛਾ ਦੇ ਨਾਲ ਖੰਡੂਰ ਸਾਹਿਬ ਆਏ ਨੇ। ਨਮਸਕਾਰ ਕਰ ਬੈਠਿਓ ਪਾਸ। ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ। ਮੱਥਾ ਟੇਕ ਕੇ ਪਾਤਸ਼ਾਹ ਦੀ ਸੰਗਤ ਦੇ ਅੰਦਰ ਬੈਠ ਗਏ ਭਾਈ ਪਾਰੋ ਜੁਲਕਾ ਜੀ। ਹਾਥ ਜੋੜ ਕੀਨਸ ਅਰਦਾਸ। ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਅਰਦਾਸ ਕੀਤੀ। ਸ੍ਰੀ ਗੁਰ ਪਰਮਹੰਸ ਹੋਏ ਕੌਣ। ਗੁਰੂ ਪਾਤਸ਼ਾਹ ਜੀ, ਅਸੀਂ ਸੁਣੀ ਦਾ ਬਹੁਤ ਹੈ, ਤੁਹਾਡੇ ਤੋਂ ਪੁੱਛਣਾ ਚਾਹੁੰਦੇ ਆ, ਤੁਹਾਡੀ ਰਸਨਾ ਤੋਂ ਸੁਣਨਾ ਚਾਹੁੰਦੇ ਆ ਕਿ ਪਰਮਹੰਸ ਕੌਣ ਹੁੰਦਾ। ਤੁਸੀਂ ਵੀ ਕਈ ਵਾਰੀ ਸੰਗਤ ਜੀ ਇਹ ਬਚਨ ਕਈ ਮਹਾਂਪੁਰਸ਼ਾਂ ਦੇ ਨਾਮ ਦੇ ਨਾਲ ਸੁਣਿਆ ਹੋਵੇਗਾ, ਪਰਮਹੰਸ। ਭਾਈ ਪਾਰੋ ਜੁਲਕਾ ਜੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਪੁੱਛਦੇ ਨੇ, ਮਹਾਰਾਜ ਜੀ ਇਹ ਪਰਮਹੰਸ ਦੀ ਪਦਵੀ ਕੀ ਪਦਵੀ ਹੁੰਦੀ ਹੈ? ਲਛਨ ਮੋਹਿ ਸੁਨਾਵ ਹੁਤੌਨ। ਕਿਰਪਾ ਕਰਕੇ ਸਤਿਗੁਰੂ ਸਾਨੂੰ ਦੱਸੋ ਕਿ ਪਰਮਹੰਸ ਦੇ ਲੱਛਣ ਕੀ ਹੁੰਦੇ ਨੇ, ਕਿਸ ਵਿਅਕਤੀ ਨੂੰ ਅਸੀਂ ਪਰਮਹੰਸ ਕਹਿ ਸਕਦੇ ਹਾਂ? ਸੁਨੇ ਨਾਮ ਅਰ ਰੂਪ ਨਿਹਾਰੇ। ਸੱਚੇ ਪਾਤਸ਼ਾਹ ਮਹਾਰਾਜ ਜੀ, ਮੈਂ ਕਿਸੇ ਵੀ ਪਰਮਹੰਸ ਦੇ ਦਰਸ਼ਨ ਨਹੀਂ ਕੀਤੇ, ਜੇ ਕੀਤੇ ਵੀ ਹੋਣ ਜ਼ਿੰਦਗੀ ਦੇ ਅੰਦਰ, ਉਹ ਕਿਸ ਤਰ੍ਹਾਂ ਦੇ ਦਿਸਦੇ ਨੇ, ਉਹਨਾਂ ਦੇ ਦਰਸ਼ਨ ਕਿਸ ਤਰ੍ਹਾਂ ਦੇ ਨੇ? ਜਿਹੜੇ ਪਰਮਹੰਸ ਹੁੰਦੇ ਨੇ ਉਹਨਾਂ ਦਾ ਰੂਪ ਤੇ ਉਹਨਾਂ ਦੇ ਦਰਸ਼ਨ ਦੇ ਅੰਦਰ ਸਾਡੇ ਮਨੁੱਖਾਂ ਨਾਲੋਂ ਕੋਈ ਫਰਕ ਹੁੰਦਾ ਹੈ? ਇਹ ਪਾਤਸ਼ਾਹ ਖੋਲ ਕੇ ਸਮਝਾਓ ਗੱਲ। ਨਹਿ ਵਿਸ਼ੇਸ਼ ਤੇ ਹਮ ਨਿਰਤਾਰੇ। ਸੱਚੇ ਪਾਤਸ਼ਾਹ ਮਹਾਰਾਜ ਕੀ ਅਦਿਕਤਾ ਹੈ ਉਹਨਾਂ ਦੇ ਅੰਦਰ, ਕੀ ਵਿਸ਼ੇਸ਼ਤਾ ਹੈ ਜੋ ਪਰਮਹੰਸ ਬਣ ਜਾਂਦੇ ਨੇ, ਜੋ ਪਰਮਹੰਸ ਹੁੰਦੇ ਨੇ, ਉਹਨਾਂ ਦੀ ਕੀ ਵਿਸ਼ੇਸ਼ਤਾ ਹੈ? ਤੁਮ ਤੇ ਸੁਨਹਿ ਜਥਾਰਥ ਜਾਣੈ। ਜੇ ਸੱਚੇ ਪਾਤਸ਼ਾਹ ਮਹਾਰਾਜ ਅਸੀਂ ਤੁਹਾਡੇ ਤੋਂ ਸੁਣਾਂਗੇ ਤੇ ਉਹ ਗੱਲ ਜ਼ਿਆਦਾ ਖੁੱਲ ਕੇ ਸਮਝ ਆਵੇਗੀ। ਕਿਰਪਾ ਕਰਕੇ ਪਾਤਸ਼ਾਹ ਦੱਸੋ ਪਰਮਹੰਸ ਕੌਣ ਹੁੰਦੇ ਨੇ? ਕੋ ਗੁਣ ਤੇ ਤਿਨ ਅਧਿਕ ਬਖਾਨੈ। ਹੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ, ਕਿਸ ਕਾਰਨ ਕਰਕੇ ਜੋ ਪਰਮਹੰਸ ਹੁੰਦੇ ਨੇ ਉਹ ਸੰਸਾਰ ਤੇ ਜਸ ਪਾਉਂਦੇ ਨੇ? ਕਿਸ ਕਾਰਨ ਕਰਕੇ ਪਰਮਹੰਸ ਦੇ ਗੁਣਾਂ ਦੀ ਸੰਸਾਰ ਉਪਮਾ ਕਰਦਾ ਹੈ? ਕੀ ਕਾਰਨ ਹੈ? ਪਰਮਹੰਸ ਕਿਹੜੀ ਪਦਵੀ ਹੈ, ਉਹ ਕਿਸੇ ਵਿਅਕਤੀ ਨੂੰ ਕਿਸ ਤਰ੍ਹਾਂ ਪ੍ਰਾਪਤ ਹੁੰਦੀ ਹੈ? ਉਹਦੀ ਪਰਿਭਾਸ਼ਾ ਕੀ ਹੈ, ਡੈਫੀਨੇਸ਼ਨ ਕੀ ਹੈ, ਤੇ ਉਹ ਦਿਸਦਾ ਕਿਸ ਤਰ੍ਹਾਂ ਦਾ ਹੈ ਜਿਹੜੇ ਪਰਮਹੰਸ ਹੁੰਦੇ ਨੇ? ਸ਼੍ਰੀ ਅੰਗਦ ਸੁਭਮੀਤ ਜਤਹਿਰਾ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਦੇਖਿਆ, ਕਿਉਂਕਿ ਖਾਲਸਾ ਜੀ ਕਿਸੇ ਦੇ ਪ੍ਰਸ਼ਨ ਦੇ ਨਾਲ ਪਤਾ ਲੱਗ ਜਾਂਦਾ ਹੈ ਕਿ ਉਸ ਵਿਅਕਤੀ ਦਾ ਅੰਤਿਸ਼ਕਰਨ ਦੇ ਅੰਦਰ ਕਿੰਨਾ ਕੁ ਭਗਤੀ ਦਾ ਪ੍ਰਭਾਵ ਹੈ, ਜਾਂ ਉਹ ਸ਼ੰਕਾਵਾਦੀ ਹੈ, ਜਾਂ ਉਹ ਜਿਗਿਆਸੂ ਹੈ, ਉਹ ਮੁਕਤੀ ਦੀ ਇੱਛਾ ਰੱਖਦਾ ਹੈ। ਇਹ ਗੱਲ ਦਾ ਪਤਾ ਵਿਅਕਤੀ ਦੇ ਪ੍ਰਸ਼ਨ ਦੇ ਨਾਲ ਲੱਗ ਜਾਂਦਾ ਹੈ। ਗੁਰੂ ਪਾਤਸ਼ਾਹ ਨੇ ਦੇਖਿਆ ਵੀ ਇਹਦਾ ਪ੍ਰਸ਼ਨ ਬੜਾ ਹੀ ਸਰਵੋਤਮ ਹੈ, ਇਹਦੇ ਪ੍ਰਸ਼ਨ ਦੇ ਅੰਦਰ ਬਹੁਤ ਵਜ਼ਨ ਹੈ। ਆਮ ਕੋਈ ਵਿਅਕਤੀ ਇਹ ਗੱਲ ਨਹੀਂ ਕਿਸੇ ਤੋਂ ਪੁੱਛਦਾ ਵੀ ਪਰਮਹੰਸ ਕੌਣ ਹੁੰਦਾ ਹੈ, ਇਸ ਦੀ ਜਿਗਿਆਸਾ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਉੱਤਮ ਸਰੋਤਾ ਜਾਣ ਕੇ ਪਰਮਹੰਸ ਦੀ ਪਰਿਭਾਸ਼ਾ ਦੇਣ ਦਾ ਮਨ ਬਣਾ ਲਿਆ। ਹਿਤ ਉਪਦੇਸ਼ ਕਹਿਓ ਤਿਸ ਬੇਰਾ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਉਹਨਾਂ ਨੂੰ ਉਪਦੇਸ਼ ਕਰਨ ਦੇ ਲਈ ਆਪਣੇ ਸ਼੍ਰੀ ਕੰਠ ਤੋਂ ਪਾਵਨ ਪਵਿੱਤਰ ਬਚਨ ਉਚਾਰਨ ਕੀਤੇ। ਪਰਮਹੰਸ ਕੇ ਸੁਨੀਏ ਲੱਛਣ। ਗੁਰੂ ਅੰਗਦ ਦੇਵ ਪਾਤਸ਼ਾਹ ਕਹਿੰਦੇ ਪਰਮਹੰਸ ਦੇ ਲੱਛਣ, ਹੇ ਭਾਈ ਪਾਰੋ ਜੁਲਕਾ ਜੀ, ਇਹ ਪ੍ਰੇਮ ਦੇ ਨਾਲ ਸਰਵਣ ਕਰੋ। ਸੁਨ ਜੇ ਤਰਹਿ ਸੁ ਮਨੁਜ ਵਿਚਛਣ। ਇਹ ਜਿਹੜੇ ਪਰਮਹੰਸ ਦੇ ਲੱਛਣ ਨੇ, ਇਹ ਬੜੇ ਉਹ ਵੀ ਸਾਡੀ ਤਰ੍ਹਾਂ ਮਨੁੱਖੀ ਹੁੰਦੇ ਨੇ।
ਕਿਉਂਕਿ ਜਿਹੜੇ ਸੰਤ ਜਨ ਭਗਤ ਜਨ ਹੁੰਦੇ ਨੇ ਉਹ ਸੰਸਾਰ ਤੇ ਮਨੁੱਖ ਰੂਪ ਧਾਰਨ ਕਰਕੇ ਹੀ ਆਉਂਦੇ ਨੇ ਤੇ ਉਹ ਦਿਸਦੇ ਆਮ ਹੀ ਨੇ, ਪਰ ਹੋਣ ਨਜ਼ਦੀਕ ਖੁਦਾਏ ਦੇ ਉਹ ਪਰਮਾਤਮਾ ਦੇ ਬਹੁਤ ਨੇੜੇ ਹੁੰਦੇ ਨੇ, ਪਰ ਭੇਤ ਨਹੀਂ ਕਿਸੇ ਨੂੰ ਦਿੰਦੇ, ਆਪਣੇ ਅੰਦਰ ਦੀ ਗੱਲ ਨਹੀਂ ਦੱਸਦੇ। ਤੇ ਮਹਾਰਾਜ ਕਹਿੰਦੇ ਉਹ ਦਿਸਦੇ ਮਨੁੱਖਾਂ ਦੀ ਤਰ੍ਹਾਂ ਹੀ ਨੇ ਜੋ ਪਰਮਹੰਸ ਹੁੰਦੇ ਨੇ। ਹੰਸ ਜਿਮਾਨ ਸਰੋਵਰ ਰਹਿ। ਜਿਸ ਤਰ੍ਹਾਂ ਮਹਾਰਾਜ ਕਹਿੰਦੇ ਪਹਿਲੇ ਪਰਮਹੰਸ ਨੂੰ ਜਾਣਨ ਤੋਂ ਪਹਿਲੇ ਹੰਸ ਜਾਣ ਲਓ। ਜਿਸ ਤਰ੍ਹਾਂ ਅਸੀਂ ਮੈਡੀਕਲ ਦੀ ਕਿਸੇ ਨੇ ਡਿਗਰੀ ਕਰਨੀ ਹੈ, ਕਿਸੇ ਨੇ ਸਰਜਨ ਬਣਨਾ ਹੈ, ਉਸ ਨੂੰ ਪਹਿਲੇ +1 +2 ਦੇ ਅੰਦਰ ਬਾਇਓਲੋਜੀ ਪੜ੍ਹਾਈ ਜਾਂਦੀ ਹੈ ਵੀ ਤੂੰ ਪਹਿਲਾਂ ਬਾਇਓਲੋਜੀ ਪੜ੍ਹ ਲੈ, ਫਿਰ ਤੈਨੂੰ ਅੱਗੇ ਸਪੈਸ਼ਲਾਈਜੇਸ਼ਨ ਕਰਾਵਾਂਗੇ। ਜੇ ਕਿਸੇ ਨੇ ਮਕੈਨੀਕਲ ਦੀ ਸਿਵਲ ਦੀ ਕੋਈ ਪੜ੍ਹਾਈ ਕਰਨੀ ਹੈ, ਉਸ ਨੂੰ ਫਸਟ ਈਅਰ ਦੇ ਅੰਦਰ ਸਾਰੇ ਕਾਮਨ ਸਬਜੈਕਟ ਪੜ੍ਹਾਏ ਜਾਂਦੇ ਨੇ ਤਾਂ ਕਿ ਤੇਰੀ ਰੁਚੀ ਬਣ ਜਾਵੇ, ਤੇਰੀ ਪਕੜ ਬਣ ਜਾਵੇ ਅਗਲੇ 3 ਸਾਲਾਂ ਵਿੱਚ। ਉਸੇ ਤਰ੍ਹਾਂ ਮਹਾਰਾਜ ਕਹਿ ਰਹੇ ਨੇ ਸੱਚੇ ਪਾਤਸ਼ਾਹ, ਕਹਿੰਦੇ ਤੁਹਾਨੂੰ ਪਰਮਹੰਸ ਨੂੰ ਜਾਣਨ ਤੋਂ ਪਹਿਲਾਂ ਹੰਸ ਜਾਣਨਾ ਪਵੇਗਾ ਕੌਣ ਹੁੰਦਾ ਹੈ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਪੰਕਤੀ ਦੁਬਾਰਾ ਪੜੋ ਜੀ। ਹੰਸ ਜੇ ਮਾਨ ਸਰੋਵਰ ਰਹਿ। ਕਹਿੰਦੇ ਜਿਸ ਤਰ੍ਹਾਂ ਹੰਸ ਜਿਹੜਾ ਹੁੰਦਾ ਨਾ ਉਹ ਮਾਨ ਸਰੋਵਰ ਤੇ ਰਹਿੰਦਾ ਹੈ। ਖਾਲਸਾ ਜੀ ਚੀਨ ਤੇ ਤਿੱਬਤ ਤੋਂ ਪਰੇ ਗਿਆ ਤਾਂ ਮੈਂ ਵੀ ਨਹੀਂ ਸੁਣਿਆ ਹੀ ਹੈ ਕਥਾ ਵਿੱਚ। ਚੀਨ ਤੇ ਤਿੱਬਤ ਤੋਂ ਪਰੇ ਮਾਨ ਸਰੋਵਰ ਹੈ ਜੋ ਇੱਕ ਬੜਾ ਹੀ ਵਿਸ਼ਾਲ ਸਰੋਵਰ ਹੈ ਤੇ ਮਹਾਰਾਜ ਕਹਿੰਦੇ ਵੀ ਮਾਨ ਸਰੋਵਰ ਦੇ ਉੱਤੇ ਹੰਸ ਰਹਿੰਦੇ ਨੇ। ਮੁਕਤਾ ਕਰਹਿ ਆਹਾਰ ਜਿਲ ਹੈ। ਜਿਹੜੇ ਹੰਸ ਹੁੰਦੇ ਨੇ ਨਾ ਉਹ ਮੁਕਤਾਂ ਦਾ ਆਹਾਰ ਕਰਦੇ ਨੇ, ਮੋਤੀਆਂ ਦਾ ਆਹਾਰ। ਜਿਸ ਤਰ੍ਹਾਂ ਆਮ ਜਿਹੜੇ ਬਗਲੇ ਨੇ ਉਹ ਮੱਛੀਆਂ ਫੜ ਲੈਂਦੇ ਨੇ, ਜਾਂ ਆਮ ਕੋਈ ਸਮੁੰਦਰ ਦੇ ਜੀਵ ਨੇ ਉਹ ਕੋਈ ਜੀਵ ਜੰਤੂ ਨੂੰ ਖਾ ਲੈਂਦੇ ਨੇ, ਪਰ ਜਿਹੜਾ ਹੰਸ ਹੁੰਦਾ ਉਹ ਮੋਤੀਆਂ ਨੂੰ ਖਾਂਦਾ। ਤੇ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਜਿਹੜੇ ਹੰਸ ਨੇ ਉਹਨਾਂ ਦੀ ਖੁਰਾਕ ਮੋਤੀ ਹੈ। ਮਿਲ ਇੱਕ ਰੂਪ ਹੇਤ ਭੈ ਪਾਣੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਉਹਨਾਂ ਦੇ ਅੱਗੇ ਦੁੱਧ ਤੇ ਪਾਣੀ ਮਿਲਾ ਕੇ ਰੱਖ ਦਿੱਤਾ ਜਾਵੇ ਕਿਸੇ ਬਰਤਨ ਦੇ ਅੰਦਰ, ਉਹਨਾਂ ਦੀ ਜੀਭ ਦੇ ਅੰਦਰ ਐਸੀ ਖਾਸੀਅਤ ਹੈ, ਐਸੀ ਖਟਾਸ ਲੱਗੀ ਹੋਈ ਹੈ, ਜਦੋਂ ਆਪਣੀ ਚੁੰਝ ਜਿਹੜੀ ਹੈ ਉਹ ਦੁੱਧ ਦੇ ਅੰਦਰ ਡਬੋਂਦੇ ਨੇ ਜਿਹਦੇ ਅੰਦਰ ਪਾਣੀ ਮਿਲਿਆ ਹੋਇਆ, ਤੇ ਉਹ ਖਟਾਸ ਕਰਕੇ ਦੁੱਧ ਦੀਆਂ ਫੁੱਟੀਆਂ ਬਣ ਜਾਂਦੀਆਂ ਨੇ। ਦੁੱਧ ਉਹ ਪੀ ਲੈਂਦੇ ਨੇ ਤੇ ਜਿਹੜਾ ਪਾਣੀ ਹੁੰਦਾ ਉਹ ਪਿੱਛੇ ਰਹਿ ਜਾਂਦਾ ਹੈ। ਤੇ ਹੰਸ ਦੀ ਪਹਿਲੀ ਮਹਾਰਾਜ ਨੇ ਨਿਸ਼ਾਨੀ ਦੱਸੀ ਬਈ ਉਹ ਮੋਤੀ ਖਾਂਦਾ। ਦੂਸਰੀ ਨਿਸ਼ਾਨੀ ਦੱਸੀ ਬਈ ਉਹ ਦੁੱਧ ਤੇ ਪਾਣੀ ਦਾ ਫਰਕ ਕਰ ਲੈਂਦਾ ਹੈ। ਤਿਨਕੇ ਆਗੇ ਤਰਿਆ ਜੇ ਆਨੀ। ਉਹਨਾਂ ਦੇ ਅੱਗੇ ਜੇ ਦੁੱਧ ਤੇ ਪਾਣੀ ਧਰ ਦਿੱਤਾ ਜਾਵੇ ਤੇ ਜਲ ਕੋ ਕਰਹਿ ਨਿਰਾਲਾ। ਉਹ ਜਲ ਤੋਂ ਦੁੱਧ ਨੂੰ ਨਿਰਾਲਾ ਕਰ ਦਿੰਦੇ ਨੇ, ਵੱਖ ਕਰ ਦਿੰਦੇ ਨੇ। ਸਾਰ ਅਸਾਰ ਪਿਕ ਹੈ ਤਤਕਾਲਾ। ਉਹ ਜਿਹੜਾ ਸਾਰ ਹੁੰਦਾ ਹੈ ਦੁੱਧ ਤੇ ਪਾਣੀ ਦੇ ਅੰਦਰੋਂ, ਸਾਰ ਕੀ ਸੀਗਾ? ਦੁੱਧ। ਉਹ ਤੇ ਫੁੱਟੀਆਂ ਬਣ ਜਾਂਦੀਆਂ, ਉਹ ਛਕ ਲੈਂਦੇ ਨੇ ਤੇ ਪਾਣੀ ਪਿੱਛੇ ਰਹਿ ਜਾਂਦਾ। ਇਹ ਉਹਨਾਂ ਦੀ ਇੱਕ ਵਿਸ਼ੇਸ਼ਤਾ ਹੈ ਉਹਨਾਂ ਦੀ ਕੰਠ ਦੇ ਅੰਦਰ। ਤਜਹ ਅਖਿਲ ਜਲ ਪੈ ਕੋ ਖਾਹੇ। ਤੇ ਉਹ ਜਿਹੜੇ ਜਲ ਨੂੰ ਛੋੜ ਦਿੰਦੇ ਨੇ ਤੇ ਜਿਹੜੇ ਦੁੱਧ ਹੁੰਦਾ ਪਨੀਰ ਬਣ ਜਾਂਦਾ ਉਸ ਨੂੰ ਖਾ ਲੈਂਦੇ ਨੇ। ਉਡਹਿ ਵਿਦੇਸ਼ਨ ਦੇਸ਼ਨ ਜਾਹੇ। ਤੇ ਤੀਸਰੀ ਹੰਸ ਦੀ ਵਿਸ਼ੇਸ਼ਤਾ ਕੀ ਹੈ? ਪਹਿਲੀ ਦੱਸੀ ਮੋਤੀਆਂ ਖਾਂਦੇ ਨੇ, ਦੂਸਰੀ ਪਾਣੀ ਤੇ ਦੁੱਧ ਨੂੰ ਅਲੱਗ ਕਰ ਦਿੰਦੇ ਨੇ, ਤੇ ਤੀਸਰੀ ਹੈ ਇੱਕ ਦੇਸ਼ ਤੋਂ ਦੂਸਰੇ ਦੇਸ਼ ਤੱਕ ਪੂਰਾ ਮਹਾਸਾਗਰ ਦਾ ਮਹਾਸਾਗਰ ਹੀ ਉਡਾਰੀ ਮਾਰ ਕੇ ਤਰ ਜਾਂਦੇ ਨੇ, ਇੱਕ ਕੰਟਰੀ ਤੋਂ ਦੂਸਰੀ ਕੰਟਰੀ। ਆਮ ਜਿਹੜਾ ਪੰਛੀ ਹੁੰਦਾ ਉਹ ਜ਼ਿਆਦਾ ਨਹੀਂ ਉੜ ਸਕਦਾ, ਜਾਂ ਅਸੀਂ ਆਮ ਹੀ ਦੇਖਿਆ ਹੋਇਆ ਵੀ ਪੰਛੀ ਬਹੁਤਾ ਦੇਰ ਉੱਡਦੇ ਨਹੀਂ, ਉਹਦੇ ਬਾਅਦ ਕਿਸੇ ਡਾਲੀ ਤੇ ਬਹਿ ਜਾਂਦੇ ਨੇ ਜਾਂ ਕਿਸੇ ਥਾਂ ਤੇ ਉੱਚੀ ਅਟਾਰੀ ਤੇ ਥੱਲੇ ਬਹਿ ਜਾਂਦੇ ਨੇ। ਪਰ ਜਿਹੜਾ ਹੰਸ ਹੈ ਉਸ ਦੀ ਉਡਾਰੀ ਬਹੁਤ ਉੱਚੀ ਹੁੰਦੀ ਹੈ, ਦੇਸ਼ ਦੇ ਦੇਸ਼ ਪੂਰੇ ਟੱਪ ਜਾਂਦਾ ਹੈ। ਪਰਮਹੰਸ ਤਿਨ ਤੇ ਅਧਿਕਾਏ। ਹੁਣ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਤਾਂ ਹੰਸ ਦੀ ਨਿਸ਼ਾਨੀਆਂ ਸੀ। ਮੋਤੀ ਖਾਣਾ, ਵੱਡੇ ਵੱਡੇ ਦੇਸ਼ਾਂ ਨੂੰ ਟੱਪ ਜਾਣਾ ਇੱਕੋ ਉਡਾਰੀ ਦੇ ਅੰਦਰ, ਪੂਰੇ ਮਹਾਸਾਗਰ ਦੇ ਮਹਾਸਾਗਰ। ਤੇ ਦੂਸਰਾ ਪਾਣੀ ਤੇ ਦੁੱਧ ਨੂੰ ਅਲੱਗ ਕਰ ਦੇਣਾ, ਮੋਤੀਆਂ ਦਾ ਹਾਰ ਕਰਨਾ, ਪਾਣੀ ਤੇ ਦੁੱਧ ਨੂੰ ਅੱਡ ਕਰਨਾ। ਕਿ ਜਿਹੜਾ ਹੰਸ ਹੈ ਉਹ ਤੇ ਤਕਰੀਬਨ ਕਿੰਨੇ $1000 ਦਾ ਤੇ ਨਾਸ਼ਤਾ ਹੀ ਕਰ ਜਾਂਦਾ। ਜੇ ਉਹਨੇ ਨਾਸ਼ਤੇ 'ਚ ਹੀ ਮੰਨ ਲਓ ਕਿ ਥੋੜੇ ਜਿਹੇ ਮੋਤੀ ਖਾਏ, ਮੋਤੀ ਤਾਂ ਬਹੁਤ ਮਹਿੰਗੇ ਹੁੰਦੇ ਨੇ। ਹੰਸਾਂ ਦੀ ਜੋ ਖੁਰਾਕ ਹੈ ਬੜੀ ਉੱਚੀ ਹੈ, ਹੰਸਾਂ ਦੀ ਉਡਾਰੀ ਬੜੀ ਉੱਚੀ ਹੈ, ਹੰਸਾਂ ਦੀ ਜੋ ਪਛਾਣ ਹੈ ਉਹ ਬੜੀ ਸਰਵਸ਼੍ਰੇਸ਼ਟ ਹੈ, ਬੜੀ ਉੱਤਮ ਹੈ। ਸੋ ਮਹਾਰਾਜ ਕਹਿ ਰਹੇ ਨੇ ਇੱਥੇ ਤੱਕ ਤਾਂ ਲੱਛਣ ਸੀਗੇ ਹੰਸ ਦੇ। ਹੁਣ ਤੁਸੀਂ ਪੁੱਛਿਆ ਸੀ ਪਰਮਹੰਸ ਕੀ ਹੁੰਦਾ,
ਪੰਕਤੀ ਦੁਬਾਰਾ ਪੜੋ ਜੀ। ਪਰਮਹੰਸ ਤਿਨ ਤੇ ਅਧਿਕਾਏ। ਹੁਣ ਮਹਾਰਾਜ ਕਹਿੰਦੇ ਜੋ ਪਰਮਹੰਸ ਹੈ ਉਹ ਹੰਸਾਂ ਤੋਂ ਵੀ ਅਧਿਕਤਾ ਰੱਖਦੇ ਨੇ। ਜੋ ਪਰਮਹੰਸ ਵਿਅਕਤੀ ਬਣ ਜਾਂਦੇ ਨੇ ਨਾ, ਜਿਸ ਤਰ੍ਹਾਂ ਸਨਾਤਨ ਧਰਮ ਦੇ ਅੰਦਰ ਇੱਕ ਬਹੁਤ ਨਾਮ ਵੱਜਦਾ ਹੈ, ਸਵਾਮੀ ਰਾਮ ਜੀ ਪਰਮਹੰਸ, ਉਹਨਾਂ ਦਾ ਇੱਕ ਗ੍ਰੰਥ ਵੀ ਲਿਖਿਆ ਖਾਲਸੇ ਪੰਥ ਦੇ ਉੱਤੇ। ਦਾਸ ਨੇ ਦਰਸ਼ਨ ਤਾਂ ਕੀਤੇ ਨੇ, ਪੂਰੀ ਤਰ੍ਹਾਂ ਨਹੀਂ ਪੜਿਆ। ਸੋ ਰਹੋ ਵਿਚਾਰ, ਜਿਹੜੇ ਪਰਮਹੰਸ ਹੁੰਦੇ ਨੇ ਉਹ ਮਹਾਰਾਜ ਕਹਿੰਦੇ ਹੰਸਾਂ ਤੋਂ ਵੀ ਉੱਤੇ ਇੱਕ ਪਦਵੀ ਰੱਖਦੇ ਨੇ। ਹੁਣ ਉਹਨਾਂ ਦੇ ਲੱਛਣ ਸਰਵਣ ਕਰੋ। ਮੁਕਤਾ ਮੁਕਤੀ ਚਾਹਤ ਸਦਾਏ। ਜਿਸ ਤਰ੍ਹਾਂ ਹੰਸ ਜਿਹੜੇ ਨੇ ਉਹ ਮੋਤੀਆਂ ਦਾ ਆਹਾਰ ਕਰਦੇ ਨੇ ਤੇ ਲੰਬੀ ਲੰਬੀ ਉਡਾਰੀਆਂ ਮਾਰਦੇ ਨੇ। ਜਿਹੜੇ ਪਰਮਹੰਸ ਹੁੰਦੇ ਨੇ ਉਹ ਮੁਕਤੀ ਦੇ ਗਾਹਕ ਹੁੰਦੇ ਨੇ। ਉਹ ਮੁਕਤੀ ਚਾਹੁੰਦੇ ਨੇ, ਕੇਵਲ ਮੁਕਤੀ ਦੇ ਦੇਸ਼ 'ਚ ਹੀ ਉਹਨਾਂ ਦਾ ਵਾਸਾ ਹੁੰਦਾ। ਸਾਡੇ ਸਾਰਿਆਂ ਦੀ ਦੌੜ ਕਿੱਥੇ ਹੈ? ਅਰਥ, ਕਾਮ, ਜਾਂ ਪੈਸਾ ਮਿਲ ਜਾਵੇ ਜਾਂ ਕਾਮਨਾ ਦੀ ਪੂਰਤੀ ਹੋ ਜਾਵੇ। ਪਰ ਜਿਹੜੇ ਪਰਮਹੰਸ ਹੁੰਦੇ ਨੇ ਉਹਨਾਂ ਦੇ ਅੰਦਰ ਇੱਕ ਲਚਕ ਹੁੰਦੀ ਹੈ, ਇੱਕ ਪਕੜ ਹੁੰਦੀ ਹੈ ਮੁਕਤੀ ਤੱਕ ਪਹੁੰਚਣ ਦੀ, ਤੇ ਉਹ ਮੁਕਤੀ ਤੱਕ ਪਹੁੰਚ ਜਾਂਦੇ ਨੇ। ਤੇ ਦੂਸਰਾ, ਜਿਹੜੇ ਹੰਸ ਨੇ ਉਹ ਮੋਤੀ ਖਾਂਦੇ ਨੇ। ਜਿਹੜੇ ਪਰਮਹੰਸ ਹੁੰਦੇ ਨੇ ਉਹ ਗੁਰੂ ਦਾ ਸ਼ਬਦ ਰੂਪੀ ਮੋਤੀ ਖਾਂਦੇ ਨੇ, ਨਾਮ ਜਪਦੇ ਨੇ। ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬੱਤਰ ਪੂਰਨ ਹੈ। ਉਹ ਹਰ ਵੇਲੇ ਕਿਸੇ ਨਾਲ ਗੱਲ ਵੀ ਕਰ ਰਹੇ ਹੋਣ ਨਾ, ਦੋ ਵਿਅਕਤੀ, ਉਹਨਾਂ ਦੇ ਹਿਰਦੇ ਦੇ ਅੰਦਰ ਰਾਮ ਦੇ ਨਾਮ ਦਾ ਮੰਤਰ ਚੱਲਦਾ ਹੈ। ਮੰਤਰੰ ਰਾਮ ਰਾਮ ਨਾਮੰ, ਸ਼ਲੋਕ ਸੰਸਕ੍ਰਿਤੀ ਦੇ ਅੰਦਰ ਮਹਾਰਾਜ ਨੇ ਜਿੱਥੇ 6 ਲੱਛਣ ਪੂਰਨ ਪੁਰਖਾਂ ਦੇ ਦੱਸੇ ਨੇ ਨਾ, ਸਭ ਤੋਂ ਪਹਿਲਾ ਲੱਛਣ ਪੂਰਨ ਪੁਰਖ ਦਾ ਹੈ, ਉਸ ਦੇ ਹਿਰਦੇ ਦੇ ਅੰਦਰ ਰਾਮ ਦੇ ਨਾਮ ਦਾ ਮੰਤਰ ਕਦੇ ਨਹੀਂ ਰੁਕਦਾ। ਵਾਹਿਗੁਰੂ 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 ਦਾ ਜਾਪ ਹਿਰਦੇ 'ਚ ਦ੍ਰਿੜ ਚੱਲਦਾ ਹੈ। ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬੱਤਰ ਪੂਰਨ ਹੈ। ਸਾਰੀ ਸ੍ਰਿਸ਼ਟੀ ਇਸ ਤਰ੍ਹਾਂ, ਸਾਰੀ ਸ੍ਰਿਸ਼ਟੀ ਦਾ ਗਿਆਨ ਇਸ ਤਰ੍ਹਾਂ ਹੁੰਦਾ ਹੈ ਜਿਸ ਤਰ੍ਹਾਂ ਹੱਥ ਦੇ ਉੱਤੇ ਔਲਾ ਪਿਆ ਹੋਵੇ। ਜਦੋਂ ਔਲੇ ਪੈਂਦੇ ਨੇ ਨਾ, ਗੜੇ ਪੈਂਦੇ ਨੇ, ਅਸੀਂ ਹੱਥ ਦੇ ਉੱਤੇ ਔਲਾ ਰੱਖ ਲਈਏ, ਬਰਫ਼ ਵਾਲਾ ਤੋਂ ਸਾਹਮਣੇ ਦਿਸਦਾ। ਜਿਹੜੇ ਬ੍ਰਹਮ ਗਿਆਨੀ ਪਰਮਹੰਸ ਹੁੰਦੇ ਨੇ ਉਹਨਾਂ ਦੀ ਜਿਹੜੀ ਬਿਰਤੀ ਹੁੰਦੀ ਹੈ ਉਹ ਵੀ ਐਸੀ ਪ੍ਰਕਾਰ ਹੁੰਦੀ ਹੈ। ਤੇ ਮਹਾਰਾਜ ਕਹਿੰਦੇ ਉਹਨਾਂ ਦਾ ਆਹਾਰ ਕੀ ਹੈ? ਉਹਨਾਂ ਦਾ ਆਹਾਰ ਹੈ ਗੁਰੂ ਦੇ ਸ਼ਬਦ ਦਾ ਸਿਮਰਨ ਕਰਨਾ। ਜਿਹੜੇ ਪਰਮਹੰਸ ਹੁੰਦੇ ਨੇ ਮਾਨਸ ਗੁਰੂ ਸ਼ਬਦ ਕੇ ਮਾਹੀ, ਉਹ ਗੁਰੂ ਦੇ ਸ਼ਬਦ ਦੇ ਅੰਦਰ ਆਪਣੀ ਬਿਰਤੀ ਤੋਂ ਕਦੇ ਵੀ ਬਾਹਰ ਨਹੀਂ ਆਉਂਦੇ। ਵਾਹਿਗੁਰੂ 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 ਮੰਤਰ ਦੇ ਅੰਦਰ ਆਪਣੀ ਬਿਰਤੀ ਨੂੰ ਡੋਬ ਕੇ ਰੱਖਦੇ ਨੇ। ਗੁਰੂ ਪਾਤਸ਼ਾਹ ਮਹਾਰਾਜ ਦੀ ਬਾਣੀ ਦੇ ਅੰਦਰ ਇੱਕ ਬਚਨ ਸ਼ਲੋਕ ਸੰਸਕ੍ਰਿਤੀ ਦਾ ਹੈ, ਜਿਹਦੇ ਅੰਦਰ ਮਹਾਰਾਜ ਕਹਿੰਦੇ ਨੇ, ਗੁਰਮੰਤਰ ਹੀਨਸ ਜੇ ਪ੍ਰਾਣੀ ਤ੍ਰਿਗੰਤ ਜਨਮ ਭ੍ਰਿਸ਼ਟਣਾ। ਜਿਹੜਾ ਵਿਅਕਤੀ ਗੁਰੂ ਦਾ ਮੰਤਰ ਨਹੀਂ ਜਪਦਾ, ਵਾਹਿਗੁਰੂ ਮੰਤਰ ਰਸਨਾ ਤੋਂ ਨਹੀਂ ਜਪਦਾ, ਰਾਮ ਦਾ ਨਾਮ ਨਹੀਂ ਜਪਦਾ, ਮਹਾਰਾਜ ਕਹਿੰਦੇ ਉਹਦਾ ਜੀਵਨ ਤ੍ਰਿਗ ਹੈ। ਤ੍ਰਿਗੰਤ ਜਨਮ ਭ੍ਰਸ਼ਟਣਾ, ਭ੍ਰਸ਼ਟ ਹੋ ਜਾਵੇ ਉਹਦਾ ਧਨਮ। ਗੁਰਮੰਤਰ ਹੀਨਸ ਜੇ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟਣਾ। ਤੇ ਉਸ ਨੂੰ ਜਦੋਂ ਜਨਮ ਭ੍ਰਸ਼ਟ ਹੋ ਗਿਆ, ਅੱਗੋਂ ਫਿਰ 84 ਲੱਖ ਦੀ ਜੂਨਾਂ ਦਾ ਗੇੜਾ ਪੈਂਦਾ ਹੈ। ਕਿਹੜੀ ਕਿਹੜੀ ਜੂਨਾਂ ਮਿਲਦੀਆਂ? ਕੂਕਰਾ ਹੈ, ਸੂਕਰਾ ਹੈ, ਗਰਦਪਾ ਹੈ, ਕਾਕਾ ਹੈ, ਤੁਲ ਖਲਾ ਹੈ। ਕੁੱਤਿਆਂ ਦੀ ਜੂਨ ਚ ਪੈਂਦਾ ਹੈ, ਕਾਵਾਂ ਦੀ ਜੂਨ ਚ, ਗਧਿਆਂ ਦੀ ਜੂਨ ਚ ਪੈਂਦਾ ਹੈ ਜਿਹੜਾ ਪ੍ਰਭੂ ਦਾ ਨਾਮ ਨਹੀਂ ਜਪਦਾ। ਤੇ ਉਹ ਮੂਰਖਾਂ ਤੋਂ ਅੰਦਰ ਸਭ ਤੋਂ ਵੱਡਾ ਮੂਰਖ ਹੈ ਜੋ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ। ਸੋ ਪਰਮਹੰਸ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ, ਉਹ ਵਿਅਕਤੀ ਹੈ ਜਿਹੜਾ ਗੁਰੂ ਦੇ ਸ਼ਬਦ ਦਾ ਸਿਮਰਨ ਕਰਦਾ ਹੈ। ਲੇਤ ਆਹਾਰ ਅਪਾਰ ਰਹਾਹੀ, ਤੇ ਉਹ ਗੁਰੂ ਦੇ ਸ਼ਬਦ ਦਾ ਹੀ ਆਹਾਰ ਕਰਦਾ ਹੈ। ਉਸ ਨੂੰ ਪਰਮਾਤਮਾ ਦੇ ਜਸ ਦੇ ਨਾਲ ਤ੍ਰਿਪਤੀ ਹੁੰਦੀ ਹੈ। ਜਿਸ ਤਰ੍ਹਾਂ ਸਾਨੂੰ ਜਿਹੜੀ ਤ੍ਰਿਪਤੀ ਹੈ ਨਾ, ਉਹ ਖਾਲਸਾ ਜੀ ਕਿਸ ਤਰ੍ਹਾਂ ਆ ਜਾਂਦੀ ਹੈ ਵੀ ਗੁਰਦੁਆਰੇ ਚਲੇ ਗਏ, ਬੈਠ ਗਏ, ਸੇਵਾ ਕਰ ਲਈ, ਸਿਨੇਮੇ ਵੀ ਚਲੇ ਗਏ, ਉਹਦੇ ਬਾਅਦ ਦੋਸਤਾਂ ਯਾਰਾਂ ਨਾਲ ਖੇਡ ਲਿਆ, ਪਰਿਵਾਰ 'ਚ ਵੀ ਰਹਿ ਲਏ, ਸਾਰੇ ਕੰਮਾਂ ਦੇ ਅੰਦਰ ਸਾਨੂੰ ਥੋੜਾ ਥੋੜਾ ਆਨੰਦ ਆਉਂਦਾ। ਪਰ ਜਿਹੜੇ ਪਰਮਹੰਸ ਹੁੰਦੇ ਨੇ, ਗੁਰੂ ਪਾਤਸ਼ਾਹ ਕਹਿੰਦੇ ਉਹ ਪਰਮਹੰਸ ਕੇਵਲ ਪ੍ਰਭੂ ਦੇ ਨਾਮ ਦੇ ਅੰਦਰ ਨਾਮ ਦਾ ਹੀ ਆਹਾਰ ਕਰਦੇ ਨੇ। ਦੇਹ ਆਤਮਾ ਮਿਲ ਏਕ ਭਏ। ਹੁਣ ਗੁਣ ਦੱਸਿਆ ਸੀਗਾ, ਜਿਹੜਾ ਪਰਮਹੰਸ ਹੈਗਾ ਉਹ ਕੀ ਆਹਾਰ ਕਰਦਾ ਹੈ? ਗੁਰੂ ਦੇ ਸ਼ਬਦ ਦਾ। ਜਿਹੜਾ ਹੰਸ ਹੈ ਉਹ ਮੋਤੀਆਂ ਦਾ ਆਹਾਰ ਕਰਦਾ ਹੈ। ਜਿਹੜਾ ਪਰਮਹੰਸ ਹੈ ਉਹ ਲੰਬੀ ਉਡਾਰੀ ਮਾਰ ਲੈਂਦਾ ਪੂਰੇ ਸੰਸਾਰ ਦੀ, ਇੱਕ ਤੋਂ ਥਾਂ ਤੋਂ ਲੈ ਕੇ ਦੂਜੇ ਥਾਂ ਤੱਕ ਉੱਡ ਕੇ ਚਲਾ ਜਾਂਦਾ ਤੇ ਪਾਣੀ ਦੇ ਅੰਦਰ ਵੀ ਤਰ ਲੈਂਦਾ। ਹੁਣ ਮਹਾਰਾਜ ਦੱਸ ਰਹੇ ਨੇ
ਕਿ ਜਿਹੜਾ ਪਰਮਹੰਸ ਹੈ ਉਹ ਵੀ ਬ੍ਰਹਮ ਗਿਆਨ ਦੀ ਉਡਾਰੀ ਮਾਰਦਾ ਹੈ, ਆਪਣੀ ਬਿਰਤੀ ਨੂੰ ਬ੍ਰਹਮ ਦੇ ਅੰਦਰ ਡੋਬ ਕੇ ਰੱਖਦਾ, ਸੰਸਾਰ ਦੇ ਅੰਦਰ ਨਹੀਂ। ਉਸ ਦੀ ਬਿਰਤੀ ਸੰਸਾਰ ਤੋਂ ਉੱਤੇ ਵਾਹਿਗੁਰੂ ਦੇ ਸ਼ਬਦ ਦੇ ਅੰਦਰ ਬ੍ਰਹਮ ਵਿੱਚ ਰਹਿੰਦੀ ਹੈ, ਸਤ ਚਿਤ ਆਨੰਦ ਦੇ ਅੰਦਰ ਉਹਦੀ ਬਿਰਤੀ ਡੁੱਬੀ ਰਹਿੰਦੀ ਹੈ। ਹੁਣ ਮਹਾਰਾਜ ਕਹਿੰਦੇ ਜਿਹੜਾ ਹੰਸ ਸੀਗਾ ਉਸਨੇ ਆਪਣੀ ਚੁੰਝ ਮਾਰੀ ਦੁੱਧ ਤੇ ਮਿਲੇ ਹੋਏ ਪਾਣੀ ਦੇ ਅੰਦਰ, ਦੁੱਧ ਤੇ ਪਾਣੀ ਨੂੰ ਅਲੱਗ ਕਰ ਦਿੱਤਾ, ਖਾ ਲਿਆ ਸੀ ਦੁੱਧ ਨੂੰ ਤੇ ਪਾਣੀ ਨੂੰ ਛੱਡਤਾ ਸੀਗਾ। ਉਸੀ ਤਰ੍ਹਾਂ ਪਰਮਹੰਸ ਵੀ ਇਸ ਸੰਸਾਰ ਦੇ ਅੰਦਰ ਹੀ ਰਹਿੰਦੇ ਨੇ, ਸਾਡੇ ਵਿੱਚ ਹੀ ਨੇ। ਉਹ ਦੇਹ ਤੇ ਆਤਮਾ ਤੋਂ ਡਿਫਰੈਂਸ ਸਮਝ ਗਏ ਨੇ ਵੀ ਦੇਹ ਕੀ ਹੈ ਤੇ ਆਤਮਾ ਕੀ ਹੈ। ਜਿਸ ਤਰ੍ਹਾਂ ਉਦਾਹਰਨ ਅਸੀਂ ਖੋਲ ਕੇ ਸਮਝਦੇ ਹਾਂ ਇਸ ਗੱਲ ਨੂੰ, ਜੋ ਮਹਾਰਾਜ ਨੇ ਪੰਕਤੀ ਕਹੀ ਹੈ। ਤੁਸੀਂ ਪਹਿਲੇ ਪੰਕਤੀ ਸਰਵਣ ਕਰੋ ਦੁਬਾਰਾ, ਫਿਰ ਅਰਥ ਖੋਲਦੇ ਹਾਂ। ਦੇਹ ਆਤਮਾ ਮਿਲ ਇੱਕ ਪਏ। ਜਿਸ ਤਰ੍ਹਾਂ ਦੇਹ ਤੇ ਆਤਮਾ ਇੱਕ ਹੈ। ਹੁਣ ਅਸੀਂ ਕੋਈ ਵਿਅਕਤੀ ਹੈ ਜੋ ਚੜ੍ਹਾਈ ਕਰ ਜਾਵੇ, ਉਸ ਦੇ ਅੰਦਰੋਂ ਮੁਰਦਾ ਹੋ ਗਿਆ, ਉਹ ਚੜ੍ਹਾਈ ਕਰ ਗਿਆ ਤੇ ਅਸੀਂ ਕਹਿੰਦੇ ਆ ਉਹਦੀ ਆਤਮਾ ਚਲੀ ਗਈ, ਹੁਣ ਇਹਦੇ ਸਰੀਰ ਨੂੰ ਫੂਕ ਦਿਓ, ਇਹਦੇ ਸਰੀਰ ਦਾ ਸੰਸਕਾਰ ਕਰ ਦਿਓ। ਸੋ ਉੱਥੇ ਉਹਦੀ ਦੇਹ ਦੇ ਅੰਦਰੋਂ ਆਤਮਾ ਨਿਕਲ ਗਈ। ਅਸੀਂ ਸਾਰੇ ਵੀ ਇੱਥੇ ਜਿੰਨੇ ਜਨ ਬੈਠੇ ਆ, ਜਿੰਨੀ ਦੇਰ ਤੱਕ ਉਹ ਆਤਮਾ ਪਰਮਾਤਮਾ ਦੀ ਸਾਡੇ ਅੰਦਰ ਸਥਿਤ ਹੈ, ਤਦ ਤੱਕ ਇਹ ਜਿਹੜਾ ਸਰੀਰ ਹੈ ਇਹ ਚੱਲ ਰਿਹਾ ਹੈ। ਇਸ ਦਾ ਮਤਲਬ ਇਹ ਗੱਲ ਤਾਂ ਕਲੀਅਰ ਹੋ ਗਈ ਵੀ ਆਤਮਾ ਤੋਂ ਬਿਨਾ ਇਹ ਸਰੀਰ ਨਸ਼ਵਰ ਹੈ, ਡੈਡ ਹੈ, ਇੱਕ ਬੋਡੀ ਹੈ, ਤੇ ਆਤਮਾ ਜਿਹੜੀ ਹੈ ਉਹ ਮੇਨ ਤੱਤ ਹੈ। ਹੁਣ ਜਿੰਨੀ ਇਹ ਹਿਲਜੁਲ ਹੋ ਰਹੀ ਹੈ ਸੰਸਾਰ ਦੀ, ਇਹ ਕੇਵਲ ਉਸ ਆਤਮਾ ਕਰਕੇ ਹਿਲਜੁਲ ਹੋ ਰਹੀ ਹੈ। ਜੇ ਆਤਮਾ ਸਰੀਰ ਵਿੱਚੋਂ ਨਿਕਲ ਜਾਵੇ ਤੇ ਸਰੀਰ ਇੱਕ ਜੜ ਹੈ। ਇਹ ਗੱਲ ਤਾਂ ਸਾਰਿਆਂ ਨੂੰ ਕਲੀਅਰ ਹੋ ਗਈ। ਸੋ ਗੁਰੂ ਪਾਤਸ਼ਾਹ ਮਹਾਰਾਜ ਇਹ ਗੱਲ ਕਹਿ ਰਹੇ ਨੇ, ਜਿਹੜਾ ਪਰਮਹੰਸ ਹੈ ਉਹ ਆਪਣੇ ਆਪ ਨੂੰ ਸਰੀਰ ਜਾਣਦਾ ਹੀ ਨਹੀਂ ਹੈ। ਉਹ ਕਹਿੰਦਾ ਹੈ ਕਿ ਮੈਂ ਸਰੀਰ ਹਾਂ ਹੀ ਨਹੀਂ, ਮੈਂ ਕੇਵਲ ਉਹ ਤੱਤ ਪਰਮਾਤਮਾ ਦੀ ਜੋਤ ਇੱਕ ਆਤਮਾ ਹਾਂ। ਉਹ ਆਤਮਾ ਤੱਕ ਆਪਣੀ ਪਕੜ ਬਣਾ ਕੇ ਰੱਖਦਾ ਹੈ, ਉਹ ਸਰੀਰ ਤੇ ਜਾਂਦਾ ਹੀ ਨਹੀਂ ਹੈ। ਹੁਣ ਗੱਲ ਬੜੀ ਸਮਝਣ ਵਾਲੀ ਹੈ। ਜਦੋਂ ਸਰੀਰ ਤੇ ਜਾਂਦਾ ਨਹੀਂ, ਉਹ ਇਸ ਦੇ ਉੱਤੇ ਪਾਊਡਰ ਨਹੀਂ ਲਗਾਉਂਦਾ। ਉਹ ਇਸ ਸਰੀਰ ਨੂੰ ਕਿਸੇ ਨੂੰ ਪਰਾਈ ਇਸਤਰੀ ਨੂੰ ਦੇਖ ਕੇ ਆਪਣੇ ਮਨ ਨੂੰ ਮੈਲਾ ਨਹੀਂ ਕਰਦਾ, ਕਿਉਂਕਿ ਉਹਨੂੰ ਪਤਾ ਹੈ ਤਾਂ ਡੈਡ ਬੋਡੀ ਹੈ। ਇਸ ਦੇ ਅੰਦਰ ਜੋ ਸ਼ੁੱਧ ਸਤ ਚੇਤਨ ਬ੍ਰਹਮ ਆਤਮਾ ਹੈ, ਉਹਦੇ ਕਰਕੇ ਇਹ ਇਸਤਰੀ ਸੁੰਦਰ ਲੱਗ ਰਹੀ ਹੈ। ਇਹ ਇਸਤਰੀ ਦੇ ਰੂਪ ਦੀ ਸੁੰਦਰਤਾ ਨਹੀਂ ਹੈ। ਜੇ ਆਤਮਾ ਵਿੱਚੋਂ ਨਿਕਲ ਜਾਵੇ ਤੇ ਇਹ ਇਸਤਰੀ ਬਦਸੂਰਤ ਹੋ ਜਾਵੇਗੀ, ਤੇ ਉਹ ਆਤਮਾ ਨਾਲ ਪਿਆਰ ਕਰਨ ਲੱਗ ਜਾਂਦਾ ਹੈ। ਇਸ ਕਰਕੇ ਉਸ ਨੂੰ ਪਰਮਹੰਸ ਕਹਿੰਦੇ ਨੇ। ਗੁਰੂ ਪਾਤਸ਼ਾਹ ਮਹਾਰਾਜ ਕਹਿ ਰਹੇ ਨੇ, ਜਿਸ ਤਰ੍ਹਾਂ ਹੰਸ ਨੇ ਦੁੱਧ ਤੇ ਪਾਣੀ ਨੂੰ ਵੱਖ ਕਰ ਲਿਆ ਸੀ ਚੋਂਚ ਮਾਰ ਕੇ, ਉਸੇ ਪ੍ਰਕਾਰ ਜਿਹੜਾ ਪਰਮਹੰਸ ਹੈ ਉਹ ਆਪਣੀ ਬਿਰਤੀ ਦੇ ਨਾਲ, ਜਿਹੜੀ ਬਿਰਤੀ ਸੋਚ ਹੈ, ਉਸ ਸੋਚ ਦੇ ਨਾਲ, ਬ੍ਰਹਮ ਸੋਚ ਦੇ ਨਾਲ, ਕਿਉਂਕਿ ਬੁੱਧੀ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਆਤਮ ਵਿਸ਼ੈਣੀ ਬੁੱਧੀ, ਇੱਕ ਪਦਾਰਥ ਵਿਸ਼ੈਣੀ ਬੁੱਧੀ। ਇਹ ਮਾਈਕ ਹੈ, ਉਹ ਸਾਹਮਣੇ ਫੋਨ ਲੱਗਿਆ, ਤੁਸੀਂ ਆਹ ਪਿੱਲਰ ਲੱਗਿਆ, ਇਹ ਮੇਰੇ ਹੱਥ 'ਚ ਮਾਲਾ ਹੈ, ਇਹ ਪੀੜਾ ਸਾਹਿਬ ਹੈ, ਇਹ ਪਦਾਰਥ ਵਿਸ਼ੈਣੀ ਬੁੱਧੀ ਹੈ। ਉਹ ਪਦਾਰਥਾਂ ਨੂੰ ਅਲੱਗ ਕਰ ਰਹੀ ਹੈ। ਇਹ ਵੁੱਡ ਹੈ, ਉਹ ਮੈਟਲ ਹੈ, ਇੱਕ ਅਲੱਗ ਕਰ ਰਹੀ ਹੈ, ਡਿਫਰੈਂਸ਼ੀਏਟ ਕਰ ਰਹੀ ਹੈ। ਇਹ ਸਾਡੀ ਪਦਾਰਥ ਵਿਸ਼ੈਣੀ ਬੁੱਧੀ ਹੈ ਜੋ 8 ਘੰਟੇ ਕੰਮ ਤੇ ਚੱਲਦੀ ਹੈ। ਜਿਹੜੀ ਅਧਿਆਤਮ ਵਿਸ਼ੈਣੀ ਬੁੱਧੀ ਹੈ ਉਹ ਸਾਡੀ ਚੱਲਦੀ ਹੈ ਇੱਥੇ, ਜੋ ਇਸ ਟਾਈਮ ਤੁਹਾਡੀ ਖੁੱਲ ਰਹੀ ਹੈ, ਜਿਹਦੇ ਅੰਦਰ ਤੁਹਾਨੂੰ ਸਮਝ ਆ ਰਿਹਾ ਹੈ ਬਈ ਜਿਹੜਾ ਦੇਹ ਤੇ ਆਤਮਾ ਹੈ ਉਹ ਅਲੱਗ-ਅਲੱਗ ਨੇ, ਪਰ ਜੋ ਸਤਚਿਤ ਆਨੰਦ ਹੈ ਉਹ ਆਤਮਾ ਹੈ ਤੇ ਦੇਹ ਜੜ ਹੈ। ਇਹ ਹੈ ਕੌਣ ਸਮਝ ਰਿਹਾ, ਕਿਹੜੀ ਬੁੱਧੀ ਸਮਝ ਰਹੀ ਹੈ? ਇਹ ਸਮਝ ਰਹੀ ਹੈ ਆਤਮ ਵਿਸ਼ੈਣੀ ਬੁੱਧੀ। ਤੇ ਮਹਾਰਾਜ ਕਹਿੰਦੇ ਜਿਹੜਾ ਪਰਮਹੰਸ ਹੈ ਉਸ ਨੂੰ ਹਰ ਵੇਲੇ ਹੀ ਇਸ ਗੱਲ ਦਾ ਬੋਧ ਹੈ ਬਈ ਸਰੀਰ ਜਿਹੜਾ ਉਹ ਜੜ ਹੈ। ਉਹ ਮਹਿੰਗਾ ਕੱਪੜਾ ਪਾਉਂਦਾ ਹੀ ਨਹੀਂ ਸਰੀਰ ਤੇ, ਕਿਉਂਕਿ ਸਾਡੇ ਸਾਹਮਣੇ ਕੋਈ ਮੁਰਦਾ ਪਿਆ ਹੋਏ, ਅਸੀਂ ਉਸ ਦੇ ਉੱਤੇ ਕੋਈ ਪਿਊਮਾ ਦੇ, ਗੁੱਚੀ ਦੇ ਮਹਿੰਗੇ ਕੱਪੜੇ ਥੋੜੀ ਪਾਵਾਂਗੇ। ਅਸੀਂ ਤਾਂ ਉੱਤੇ ਤੇ ਸ਼ਾਲ ਪਾ ਕੇ ਚਲੋ ਵੀ ਫੂਕ ਦਿਓ ਉਹਨੂੰ ਮੁਰਦੇ ਨੂੰ। ਉਹ ਜਿਹੜਾ ਪਰਮਹੰਸ ਹੈ ਉਸ ਨੂੰ ਇਸ ਗੱਲ ਦੀ ਸਮਝ ਆ ਗਈ ਹੈ ਬਈ ਜਿੰਨਾ ਸੰਸਾਰ ਦੇ ਉੱਤੇ ਦੇਹ ਦਿਖ ਰਹੀ ਹੈ ਇਹ ਸਾਰੀ ਨਾਸ਼ਵਾਨ ਹੈ, ਇਹ ਸਭ ਨੇ ਖਤਮ ਹੋ ਜਾਣਾ ਹੈ। ਰਾਮ ਗਇਓ ਰਾਵਣ ਗਇਓ, ਜਾਂ ਕੋ ਬਹੁ ਪਰਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਇਹ ਸਾਰਾ ਸੰਸਾਰ ਸੁਪਨੇ ਦੇ ਨਿਆਈ ਹੈ। ਹੁਣ ਸੁਪਨੇ ਦੇ ਅੰਦਰ ਜੇ ਕੁਝ ਹੋ ਜਾਵੇ, ਮੰਨ ਲਓ ਕੋਈ ਬੰਦੇ ਨੂੰ ਸੁੱਖ ਆ ਜਾਵੇ ਜਾਂ ਦੁੱਖ ਆ ਜਾਵੇ, ਉਹ ਸੁਪਨਾ ਤੇ ਸਵੇਰੇ ਉੱਠ ਕੇ ਬੰਦਾ ਕਹਿੰਦਾ ਵੀ ਖਤਮ ਹੈ। ਤੇ ਜਿਹੜਾ ਪਰਮਹੰਸ ਹੈ ਉਸ ਦੀ ਬਿਰਤੀ ਹਰ ਵੇਲੇ ਸਿਮਰਨ ਦੇ ਅੰਦਰ ਡੁੱਬਣ ਹੋਣ ਕਰਕੇ ਉਸ ਨੂੰ ਸੰਸਾਰ ਜੜ ਦਿਖਣ ਲੱਗ ਜਾਂਦਾ। ਉਹ ਮਹਾਰਾਜ ਸਮਝਾ ਰਹੇ ਨੇ
ਕਹਿੰਦੇ ਪਰਮਹੰਸ ਉਹ ਵਿਅਕਤੀ ਹੈ ਭਾਈ ਪਾਰੋ ਜੁਲਕਾ ਜੀ ਜਿਸ ਦੀ ਬਿਰਤੀ ਸੰਸਾਰ ਦੇ ਅੰਦਰ ਉਪਰਾਮ ਹੋ ਗਈ ਹੈ ਤੇ ਉਸ ਦੀ ਬਿਰਤੀ ਸਤ ਚਿਤ ਆਨੰਦ ਪਰਮਾਤਮਾ ਦੇ ਅੰਦਰ ਦ੍ਰਿੜ ਹੋ ਗਈ ਹੈ। ਹਰ ਵੇਲੇ ਉਸ ਦਾ ਧਿਆਨ ਜਿਹੜਾ ਹੈ ਉਹ ਬ੍ਰਹਿਮੰਡ ਦੇ ਅੰਦਰ ਹੈ, ਪੂਰੇ ਪਰਮਾਤਮਾ ਵਿਸ਼ਾਲ ਵਿਰਾਟ ਰੂਪ ਦੇ ਅੰਦਰ ਹੈ। ਉਹਦਾ ਧਿਆਨ ਜਿਹੜਾ ਹੈ ਉਹ ਸੰਸਾਰ ਦੇ ਅੰਦਰ ਨਹੀਂ ਹੈ। ਉਹਦੀ ਜਿਹੜੀ ਉਡਾਰੀ ਸੀਗੀ ਉਹ ਕਿਹਦੀ ਉਡਾਰੀ ਸੀਗੀ? ਪੂਰੇ ਬ੍ਰਹਿਮੰਡ ਦੀ ਉਡਾਰੀ, ਬ੍ਰਹਮ ਲੋਕ ਦੀ ਉਡਾਰੀ ਸੀ। ਤੋਂ ਮਹਾਰਾਜ ਪਰਮਹੰਸ ਦੀ ਇੱਕ ਇਹ ਵੀ ਵਿਸ਼ੇਸ਼ਤਾ ਦੱਸਦੇ ਨੇ, ਬਿਨ ਵਿਚਾਰ ਕਿਨ ਨਹਿ ਲਖ ਲਏ। ਮਹਾਰਾਜ ਕਹਿੰਦੇ ਵੀ ਉਹ ਵਿਚਾਰ ਰੱਖ ਲੈਂਦਾ ਵੀ ਜਿਹੜੀ ਦੇਹ ਹੈ ਉਹ ਨਸ਼ਵਰ ਹੈ ਔਰ ਆਤਮਾ ਸੱਚ ਹੈ। ਤਿਨ ਕੋ ਪ੍ਰਥਮੈ ਹੋਤ ਵਿਚਾਰ। ਉਹਨਾਂ ਨੂੰ ਪਹਿਲੇ ਹੀ ਵਿਚਾਰ ਹੈ ਇਸ ਗੱਲ ਦਾ। ਹੁਣ ਜਿਵੇਂ ਅਸੀਂ ਸਾਰੇ ਸਮਝ ਰਹੇ ਹਾਂ ਇਹ ਗੱਲ ਨੂੰ, ਪਰ ਸਾਡੀ ਬੁੱਧੀ ਸਮਝ ਰਹੀ ਹੈ, ਅਸੀਂ ਸਰਵਣ ਕਰ ਰਹੇ ਹਾਂ, ਹੋ ਸਕਦਾ ਹੈ ਮੰਨ ਵੀ ਲਈਏ ਗੱਲ ਨੂੰ, ਪਰ ਉਹ ਗੱਲ ਨਿਧਿਆਸਣ ਚ ਆ ਜਾਣੀ। ਸਰਵਣ ਮੰਨਣ ਤੇ ਨਿਧਿਆਸਣ ਉਹ ਗੱਲ ਹਰ ਵੇਲੇ ਚੇਤੇ ਰਹਿ ਜਾਣੀ। ਉਹ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ। ਹਰ ਵਿਅਕਤੀ ਨੂੰ ਉਹ ਅਵਸਥਾ ਨਹੀਂ ਪ੍ਰਾਪਤ ਹੁੰਦੀ, ਹਰ ਵਿਅਕਤੀ ਪਰਮਹੰਸ ਨਹੀਂ ਬਣ ਸਕਦਾ, ਪਰ ਜਿਸ ਤੇ ਗੁਰੂ ਪਾਤਸ਼ਾਹ ਵਿਸ਼ੇਸ਼ ਕਿਰਪਾ ਕਰ ਦਿੰਦੇ ਨੇ ਉਹਨਾਂ ਨੂੰ ਪਰਮਹੰਸ ਦੀ ਪਦਵੀ ਪ੍ਰਾਪਤ ਹੁੰਦੀ ਹੈ। ਸੰਸਾਰ ਦੇ ਅੰਦਰ ਕੋਈ ਵੀ ਚੀਜ਼ ਦੁਰਲਭ ਨਹੀਂ, ਪਰ ਜੇ ਪਰਮਾਤਮਾ ਸੱਚੇ ਪਾਤਸ਼ਾਹ ਕਿਰਪਾ ਕਰਨ ਉਹ ਵਿਅਕਤੀ ਨੂੰ ਚੀਜ਼ ਮਿਲ ਸਕਦੀ ਹੈ। ਸੋ ਪਰਮਹੰਸ ਦੀ ਜੋ ਪਦਵੀ ਹੈ ਉਹ ਵੀ ਖਾਲਸਾ ਜੀ ਗੁਰੂ ਘਰ ਦੇ ਅੰਦਰ ਕੇਵਲ 2 ਜਨਾਂ ਨੂੰ ਮਿਲੀ ਹੈ। ਪਹਿਲੇ ਭਾਈ ਪਾਰੋ ਜੁਲਕਾ ਜੀ ਜਿਹੜੇ ਪ੍ਰਸ਼ਨ ਕਰਨਗੇ ਉਹਨਾਂ ਨੂੰ ਗੁਰੂ ਅਮਰਦਾਸ ਮਹਾਰਾਜ ਇਹ ਪਦਵੀ ਪ੍ਰਾਪਤ ਕਰਾਉਣਗੇ। ਦੇ ਦੂਸਰੇ ਸਤਿਕਾਰਯੋਗ ਮਾਤਾ ਭਾਗੋ ਜੀ ਜੋ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੋਲ ਹਜ਼ੂਰ ਸਾਹਿਬ ਦੀ ਧਰਤੀ ਤੇ ਰਹੇ। ਖਾਲਸਾ ਜੀ ਉਹਨਾਂ ਦੀ ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ, ਇੰਨੀ ਉੱਚੀ ਹੋ ਜਾਂਦੀ ਹੈ, ਉਹਨਾਂ ਨੂੰ ਆਪਣੇ ਦੇਹ ਦੇ ਨਾਲ ਦੇਹ ਦੀ ਹੰਤਾ ਦਾ ਨਾਸ਼ ਹੋ ਜਾਂਦਾ। ਕੱਪੜੇ ਪਾਏ ਨਾ ਪਾਏ ਬਰਾਬਰ ਹੋ ਜਾਂਦਾ। ਉਹਨਾਂ ਦੀ ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ। ਪਰ ਇਹ ਗੱਲ ਨਹੀਂ ਕਿ ਇਹ ਗੱਲਾਂ ਸਾਨੂੰ ਸੁਣਨ ਸ਼ਾਇਦ ਸਮਝ ਨਾ ਆ ਰਹੀਆਂ ਹੋਣ, ਬਈ ਕੋਈ ਨੰਗਾ ਵਿਅਕਤੀ ਤੁਰਿਆ ਫਿਰਦਾ ਹੈ ਅਸੀਂ ਉਹਦੀ ਨਿੰਦਾ ਕਰ ਦਿੰਦੇ ਹਾਂ। ਪਰ ਖਾਲਸਾ ਜੀ ਜਿਹੜੀ ਪਰਮਾਤਮਾ ਦੇ ਦਰ ਦੀ ਉਡਾਰੀਆਂ ਨੇ ਉਹਨੂੰ ਸਮਝਣ ਦੇ ਲਈ ਬਹੁਤ ਯੁਗਾਂ ਦਾ ਤਪ ਚਾਹੀਦਾ ਹੈ। ਉਸ ਨੂੰ ਸਮਝਣ ਦੇ ਲਈ, ਪਰਮਾਤਮਾ ਦੇ ਭਗਤਾਂ ਦੀ ਅਵਸਥਾ ਨੂੰ ਸਮਝਣ ਦੇ ਲਈ, ਪਰਮਾਤਮਾ ਦੀ ਕਿਰਿਆ ਨੂੰ ਸਮਝਣ ਦੇ ਲਈ ਸਾਡੇ ਕੋਲੋਂ ਮਤ ਨਹੀਂ। ਹਰਨਾਕਸ਼ ਕਹਿੰਦਾ ਸੀ ਨਾ, ਕਹਿੰਦਾ ਜਲੇ ਹਰਨਾਕਸ਼ ਥਲੇ ਹਰਨਾਕਸ਼। ਵਿਸ਼ਨੂੰ ਨੂੰ ਕਹਿੰਦਾ ਭਗਵਾਨ ਵਿਸ਼ਨੂੰ ਮੇਰਾ ਨਾਮ ਬੋਲ, ਮੈਂ ਜਲ ਚ ਵੀ ਹਾਂ ਥਲ ਚ ਵੀ ਹਾਂ। ਤੇ ਬ੍ਰਹਮਾ ਤੋਂ ਵਰ ਲੈ ਲਿਆ, ਨਾ ਬਾਹਰ ਮਰਾਂ ਨਾ ਅੰਦਰ ਮਰਾਂ, ਨਾ ਦਿਨੇ ਮਰਾਂ ਨਾ ਰਾਤ ਮਰਾਂ, ਨਾ ਧਰਤੀ ਤੇ ਮਰਾਂ ਨਾ ਜਲ ਵਿੱਚ ਮਰਾਂ। ਤੇ ਸੋਚਦਾ ਸੀ ਮੈਂ ਅਮਰ ਹੋ ਗਿਆ। ਪਰਮਾਤਮਾ ਨੇ ਰਸਤਾ ਕੱਢ ਲਿਆ ਕਿ ਨਹੀਂ ਉਹਨੂੰ ਮਾਰਨ ਦਾ। ਮਹਾਰਾਜ ਕਹਿੰਦੇ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਮਹਾਰਾਜ ਨੇ ਕੀ ਕੀਤਾ? ਸੰਧਿਆ ਦਾ ਸਮਾਂ ਨਿਤ ਕਰ ਲਿਆ। ਨਾ ਦਿਨ ਸੀ ਨਾ ਰਾਤ ਸੀ। ਉਹਦੇ ਨਾ ਮਹਿਲ ਦੇ ਅੰਦਰ ਨਾ ਉਹਦੇ ਬਾਹਰ, ਉਹਦੀ ਦਿਉੜੀ ਦੇ ਅੰਦਰ, ਨਾ ਧਰਤੀ ਤੇ ਨਾ ਆਕਾਸ਼ ਤੇ ਆਪਣੇ ਪੱਟਾਂ ਤੇ ਰੱਖ ਲਿਆ। ਨਾ ਜਾਨਵਰ ਮਾਰ ਸਕੇ ਨਾ ਬੰਦਾ ਮਾਰ ਸਕੇ, ਨਰਸਿੰਘ ਦਾ ਅਵਤਾਰ ਧਾਰ ਕੇ ਆਏ। ਨਾ ਸ਼ਸਤਰ ਤੋਂ ਮਰਾਂ ਨਾ ਅਸਤਰ ਤੋਂ ਮਰਾਂ, ਭਗਵਾਨ ਨੇ ਆਪਣੇ ਨੋਹਾਂ ਦੇ ਨਾਲ ਛਾਤੀ ਪਾੜਤੀ ਉਹਦੀ। ਸੋ ਖਾਲਸਾ ਜੀ ਪਰਮਾਤਮਾ ਦੀਆਂ ਖੇਡਾਂ ਕੋਈ ਨਹੀਂ ਜਾਣ ਸਕਦਾ। ਪੂਰੇ ਬ੍ਰਹਿਮੰਡ ਦੇ ਅੰਦਰ 33 ਕਰੋੜ ਦੇਵੀ ਦੇਵਤੇ ਹੈਰਾਨ ਰਹਿ ਗਏ। ਕਹਿੰਦੇ ਪਰਮਾਤਮਾ ਨੇ ਇਹ ਕਿਹੜੀ ਬਿੱਦ ਕੱਢ ਲਈ ਹਰਨਾਕਸ਼ ਨੂੰ ਮਾਰਨ ਦੀ। ਅਸੀਂ ਤਾਂ ਸੋਚਦੇ ਸੀ ਹਰਨਾਕਸ਼ ਅਮਰ ਹੈ। ਸੋ ਖਾਲਸਾ ਜੀ ਪਰਮਾਤਮਾ ਦੀਆਂ ਖੇਡਾਂ ਬਹੁਤ ਅਚਰਜ ਨੇ, ਉੱਤੇ ਕੋਈ ਨਹੀਂ ਆਪੜ ਸਕਦਾ। ਉਹਦੇ ਭਗਤਾਂ ਦੀਆਂ ਖੇਡਾਂ ਵੀ ਉਸ ਤੋਂ ਅਚਰਜ ਨੇ। ਉਹਦੇ ਭਗਤ ਜਦੋਂ ਰੀਝ ਜਾਣ, ਭਗਤਾਂ ਦੇ ਉੱਤੇ ਪਰਮਾਤਮਾ ਰੀਝ ਜਾਵੇ, ਫਿਰ ਉਹਨਾਂ ਨੂੰ ਸਭ ਕੁਝ ਹੀ ਦੇ ਦਿੰਦਾ, ਸਾਰਾ ਕੁਝ ਦੇ ਦਿੰਦਾ, ਸਭ ਕੁਝ ਪੂਰੇ ਬ੍ਰਹਿਮੰਡ ਦਾ ਰਾਜ ਦੇ ਦਿੰਦਾ। ਸੋ ਮਹਾਰਾਜ ਇਸ ਟਾਈਮ ਪਰਮਹੰਸ ਦੀ ਅਵਸਥਾ ਦੱਸ ਰਹੇ ਨੇ। ਜਿਹੜਾ ਪਰਮਹੰਸ ਹੈ ਉਹ ਆਤਮਾ ਨੂੰ ਤੇ ਦੇਹੀ ਨੂੰ ਜਦੋਂ ਅੱਡ ਕਰਦਾ ਹੈ, ਸੰਸਾਰ ਸਾਰਾ ਹੀ ਉਸ ਨੂੰ ਕੁਝ ਹੋਰ ਹੀ ਦਿਸਦਾ ਹੈ। ਜਿਸ ਤਰ੍ਹਾਂ ਸਾਨੂੰ ਇੱਕ ਸੁਪਨਾ ਜਦੋਂ ਅਸੀਂ ਸਵੇਰੇ ਉੱਠੀਏ ਝੂਠਾ ਦਿਸਦਾ ਹੈ, ਉਸ ਨੂੰ ਹਰ ਵੇਲੇ ਹੀ ਸਾਰਾ ਸੰਸਾਰ ਸੁਪਨਾ ਦਿਸਦਾ ਹੈ। ਉਹ ਆਪਣੀ ਬਿਰਤੀ ਨੂੰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਚ ਗਲਤਾਨ ਨਹੀਂ ਕਰਦਾ। ਦਿਨ ਪ੍ਰਤ ਦੇਹ ਨ ਰਹੇ ਇਕਸਾਰ। ਉਹ ਜਾਣ ਲੈਂਦਾ ਹੈ ਦੇਹ ਅਨਿਤ ਨਾ ਨਿਤ ਰਹੈ। ਇਹ ਜਿਹੜੀ ਦੇਹ ਹੈ ਅਨਿਤ ਹੈ। ਕਲਗੀਧਰ ਪਾਤਸ਼ਾਹ ਨੇ ਦਸਮ ਗ੍ਰੰਥ ਦੇ ਅੰਦਰ ਪੰਕਤੀ ਲਿਖੀ ਹੈ, ਦੇਹ ਅਨਿਤ ਨਾ ਨਿਤ ਰਹੈ। ਇਹ ਦੇਹ ਹੈ ਰੋਜ਼ ਘਟ ਰਹੀ ਹੈ,
ਜਸ ਨਾਮ ਚੜੇ ਭਵ ਸਾਗਰ ਤਾਰੇ। ਜਿਹੜਾ ਵਿਅਕਤੀ ਵਾਹਿਗੁਰੂ ਦੇ ਨਾਮ ਦੇ ਸਿਮਰਨ ਦੀ ਜਹਾਜ਼ ਦੇ ਉੱਤੇ ਚੜ ਜਾਏਗਾ ਨਾ, ਉਹ ਇਸ ਸੰਸਾਰ ਤੋਂ ਪਾਰ ਹੋ ਜਾਏਗਾ। ਉਹ ਪਰਮਹੰਸ ਵਿਅਕਤੀ ਜਾਣ ਜਾਂਦੇ ਨੇ ਕਿ ਦੇਹ ਅਨਿੱਤ ਹੈ, ਪਰਮਾਤਮਾ ਦਾ ਨਾਮ ਨਿੱਤ ਹੈ। ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ। ਕਹੋ ਨਾਨਕ ਇਹ ਜਗਤ ਮੈਂ, ਕਿਨ ਜਪਿਓ ਗੁਰਮੰਤ। ਹਾਂਜੀ, ਪ੍ਰਥਮ ਨਾ ਹੁਤੀ ਭਵਿਖਿਆ ਨ ਰਹੈ। ਉਹ ਜਾਣ ਲੈਂਦੇ ਨੇ ਇਹ ਸੰਸਾਰ ਨਾ ਪਹਿਲਾਂ ਸੀਗਾ, ਨਾ ਹੁਣ ਹੈ, ਨਾ ਅੱਗੇ ਰਹਿਣਾ ਹੈ। ਸੰਸਾਰ ਦੇ ਅੰਦਰ ਜੋ ਸਤ ਚਿਤ ਆਨੰਦ ਬ੍ਰਹਮ ਸਰੂਪ ਪਰਮਾਤਮਾ ਹੈ, ਉਹ ਨਿਤ ਰਹੇਗਾ। ਮਾਧੁਕ ਤੋ ਸਾਚੀ ਤਿਸ ਕਹੈ। ਉਹ ਜਿਹੜੀ ਆਤਮਾ ਸੰਸਾਰ ਦਾ ਅਧਿਸ਼ਟਾਨ ਹੈ, ਉਹ ਸੱਚ ਰੂਪ ਹੈ। ਉਹ ਪਰਮਾਤਮਾ ਦੀ ਜੋ ਜੋਤ ਹੈ ਹਰ ਬੰਦੇ ਦੇ ਅੰਦਰ, ਉਹ ਸੱਤ ਹੈ। ਉਹ ਪਰਮਾਤਮਾ ਦੀ ਜੋਤ ਜੇ ਬੰਦੇ ਦੇ ਅੰਦਰੋਂ ਨਿਕਲ ਜਾਵੇ, ਬੰਦਾ ਮੁਰਦਾ ਹੋ ਜਾਵੇ, ਫਿਰ ਉਹਦੀ ਕੋਈ ਬੁੱਕਤ ਨਹੀਂ। ਜਦ ਤੱਕ ਉਹ ਜੋਤ ਹੈ ਤਦ ਤੱਕ ਖੇਡ ਹੈ। ਹੁਣ ਤੁਸੀਂ ਕਹੋਗੇ ਵੀ ਅਸੀਂ ਤੁਹਾਡੇ ਸਾਹਮਣੇ ਬੈਠੇ ਆ, ਹਿਲ ਜੁਲ ਰਹੇ ਆ, ਅਸੀਂ ਬੰਦਾ ਸਾਹਮਣੇ ਬੈਠਾ, ਅਸੀਂ ਕਹਾਂਗੇ ਵੀ ਇਹ ਤਾਂ ਬੰਦੇ ਦੇ ਅੰਦਰ ਜਾਨ ਨਹੀਂ ਹੈ, ਤਾਂ ਬੰਦਾ ਨਸ਼ਵਰ ਹੈ। ਉਹ ਕਹੇਗਾ ਜੀ ਮੈਂ ਤਾਂ ਹਿਲਦਾ। ਬੰਦਾ ਤਦ ਤੱਕ ਹਿਲ ਰਿਹਾ ਜਦ ਤੱਕ ਉਹਦੇ ਅੰਦਰ ਉਹ ਜੋਤ ਹੈ। ਜਦੋਂ ਪਰਮਾਤਮਾ ਦੀ ਜੋਤ ਆਊਟ ਹੋ ਗਈ ਬੰਦੇ ਚੋਂ, ਤਦ ਕਾਢੋ ਹੋਈ ਘਰੋਂ, ਕਹਿੰਦੇ ਨੇ ਇਹਨੂੰ ਕੱਢੋ, ਡਰ ਲੱਗਦਾ ਇਹਨੂੰ ਦੇਖ ਕੇ ਬੰਦੇ ਨੂੰ। ਬੱਚੇ ਕਹਿੰਦੇ ਨੇ ਸਾਨੂੰ ਜਿਹੜਾ ਸੁਪਨਾ ਵੀ ਆ ਜਾਵੇ ਨਾ ਮਰੇ ਬੰਦੇ ਦਾ, ਗੁਰਦੁਆਰੇ ਆ ਕੇ ਕੜਾਹ ਪ੍ਰਸ਼ਾਦ ਦੀ ਦੇਖ ਕਰ ਆਉਂਦੇ ਨੇ, ਜਦ ਕਿ ਉਹਨੇ ਮੂੰਹ 'ਚ ਬੁਰਕੀਆਂ ਪਾਈਆਂ ਹੁੰਦੀਆਂ ਨੇ। ਸੋ ਸੱਚੇ ਪਾਤਸ਼ਾਹ ਮਹਾਰਾਜ ਸ਼ਬਦ ਸਮਝਾ ਰਹੇ ਨੇ, ਜਿਹੜੀ ਪਰਮਹੰਸ ਦੀ ਅਵਸਥਾ ਹੈ ਖਾਲਸਾ ਜੀ, ਉਹ ਬੜੀ ਉੱਚੀ ਹੈ। ਦਿਆਲੰ ਸਰਬੱਤਰ ਜੀਆ ਪੰਚ ਦੋਖ ਪਿਵਰਜਿਤ ਹੈ। ਉਹ ਸਾਰਿਆਂ ਦੇ ਉੱਤੇ ਦਿਆਲੂ ਹੁੰਦਾ ਹੈ, ਪੰਜ ਦੋਖਾਂ ਤੋਂ ਰਹਿਤ ਹੋ ਜਾਂਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ। ਉਹਦੀ ਬਿਰਤੀ ਬਹੁਤ ਉੱਚੀ ਹੋ ਜਾਂਦੀ ਹੈ। ਉਹ ਪਰਮਹੰਸ ਦੀ ਅਵਸਥਾ, ਸ਼ਾਇਦ ਮੈਂ ਕਥਾ ਦੇ ਅੰਦਰ ਪੰਕਤੀ ਦਾ ਅਰਥ ਤਾਂ ਕਰ ਰਿਹਾ, ਪਰ ਇਹ ਅਵਸਥਾ ਮੈਂ ਵੀ ਨਹੀਂ ਸਮਝਾ ਪਾ ਰਿਹਾ, ਕਿਉਂਕਿ ਖਾਲਸਾ ਜੀ ਮੈਂ ਸੰਗਤ ਦੇ ਝੂਠ ਨਹੀਂ ਬੋਲਾਂਗਾ, ਇਹ ਅਵਸਥਾ ਤਾਂ ਮੇਰੀ ਹੈ ਹੀ ਨਹੀਂ, ਤਾਂ ਮੈਂ ਕਿਸ ਤਰ੍ਹਾਂ ਸਮਝਾ ਦਵਾਂ। ਇਹ ਤਾਂ ਅਸੀਂ ਅਰਥ ਪੜ੍ਹੇ ਨੇ ਤਾਂ ਪੜ੍ਹਾ ਰਹੇ ਹਾਂ। ਇਹ ਤੇ ਜਿਸ ਤੇ ਪ੍ਰਮਾਤਮਾ ਕਿਰਪਾ ਕਰੇ, ਗੁਰੂ ਗੋਬਿੰਦ ਸਿੰਘ ਮਹਾਰਾਜ, ਕਲਗੀਧਰ ਪਾਤਸ਼ਾਹ, ਗੁਰੂ ਨਾਨਕ ਦੇਵ ਪਾਤਸ਼ਾਹ ਕਿਰਪਾ ਕਰਨ, ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਅਸੀਂ ਤਾਂ ਪੜ੍ਹੇ ਪੜ੍ਹਾਏ ਅਰਥ ਪੜ੍ਹਾ ਸਕਦੇ ਹਾਂ, ਪਰ ਸਾਡੇ ਹਿਰਦੇ ਦੀ ਵੀ ਅਵਸਥਾ ਨਹੀਂ ਜੋ ਗੁਰੂ ਪਾਤਸ਼ਾਹ ਮਹਾਰਾਜ ਸਮਝਾ ਰਹੇ ਨੇ। ਪਰ ਗੁਰੂ ਪਾਤਸ਼ਾਹ ਕਿਰਪਾ ਕਰ ਰਹੇ ਨੇ, ਕਿਉਂਕਿ ਸੁਣਿਆ ਅੰਧੇ ਪਾਵੇ ਰਾਹੋ। ਸੁਣਨ ਦੇ ਨਾਲ ਹੀ ਅੰਧਿਆਂ ਨੂੰ ਵੀ ਰਾਹ ਪ੍ਰਾਪਤ ਹੋ ਜਾਂਦਾ। ਗੁਰੂ ਪਾਤਸ਼ਾਹ ਮਹਾਰਾਜ ਸਾਨੂੰ ਸੁਣਾ ਰਹੇ ਨੇ, ਅੱਜ ਨੂੰ ਨਹੀਂ, ਕੱਲ ਨੂੰ ਨਹੀਂ, 10 ਸਾਲ ਨੂੰ ਨਹੀਂ, 100 ਸਾਲ ਨੂੰ ਨਹੀਂ, 10 ਜਨਮਾਂ ਨੂੰ, 100 ਜਨਮਾਂ ਨੂੰ। ਕੀ ਪਤਾ ਗੁਰੂ ਪਾਤਸ਼ਾਹ ਸਾਨੂੰ ਵੀ ਇਹ ਪਦਵੀ ਪ੍ਰਾਪਤ ਕਰ ਦੇਣ, ਅਸੀਂ ਬੇਨਤੀ ਕਰੀਏ। ਪਰ ਮਹਾਰਾਜ ਦੇ ਦਰ ਦੇ ਉੱਤੇ, ਪਾਤਸ਼ਾਹ ਦੇ ਦਰ ਦੇ ਉੱਤੇ ਨਾ ਦੇਰ ਹੈ ਨਾ ਅੰਧੇਰ ਹੈ। ਕਹਿੰਦੇ ਆ ਨਾ ਵੀ ਪ੍ਰਮਾਤਮਾ ਦੇ ਦਰ ਦੇ ਉੱਤੇ ਦੇਰ ਹੈ, ਅੰਧੇਰ ਨਹੀਂ ਹੈ। ਖਾਲਸਾ ਜੀ, ਪ੍ਰਮਾਤਮਾ ਦੇ ਦਰ ਦੇ ਉੱਤੇ ਨਾ ਦੇਰ ਹੈ ਨਾ ਅੰਧੇਰ ਹੈ, ਕਿਉਂਕਿ ਗੁਰੂ ਪਾਤਸ਼ਾਹ ਮਹਾਰਾਜ ਜਦੋਂ ਕਿਸੇ ਦੇ ਉੱਤੇ ਟੁੱਟਦੇ ਨੇ ਨਾ, ਤੇ ਖਿਨਮੈ ਰਾਓ ਰੰਗ ਕੋ ਕਰੇ, ਇੱਕ ਖਿੰਨ ਦੇ ਅੰਦਰ ਰਾਜ ਦੇ ਦਿੰਦੇ ਨੇ ਫਿਰ। ਸੋ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰ ਰਹੇ ਨੇ, ਪਰਮਹੰਸ ਦੀ ਪਦਵੀ ਦੀ ਅੱਗੇ ਸਮਝਾਉਂਦੇ ਨੇ। ਪੁਨ ਜੜ ਹੈ ਕੁਛ ਨਾਹਿ ਨਿਛਾਨੀ। ਉਸ ਵਿਅਕਤੀ ਨੂੰ, ਪਰਮਹੰਸ ਨੂੰ, ਸਾਰਾ ਕੁਝ ਹੀ ਜਿਹੜਾ ਸੰਸਾਰ ਹੈ ਉਹ ਕੀ ਵਿਆਪਕ ਹੋਣ ਲੱਗ ਜਾਂਦਾ ਵੀ ਸੰਸਾਰ ਜੜ ਰੂਪ ਹੈ। ਨਿਤ ਦੁਖ ਰੂਪ ਲਹਿ ਮਨ ਜਾਨੀ। ਤੇ ਸੰਸਾਰ ਹੈ ਉਹ ਦੁੱਖ ਰੂਪ ਹੈ, ਜਿਹੜੀ ਆਤਮਾ ਹੈ ਉਹ ਆਨੰਦ ਰੂਪ ਹੈ। ਆਤਮਾ ਆਨੰਦ ਰੂਪ ਹੈ, ਸਤਚਿਤ ਆਨੰਦ ਹੈ। ਸੰਸਾਰ ਜੋ ਹੈ ਉਹ ਦੁੱਖ ਰੂਪ ਹੈ। ਸਤ ਆਤਮਾ ਨਿਰਣੈ ਕਰ ਹੈ। ਜਿਹੜੀ ਆਤਮਾ ਹੈ, ਆਖਣਾ ਕਰੋ ਸਤਨਾਮ ਸ੍ਰੀ ਵਾਹਿਗੁਰੂ। ਆਤਮਾ ਸਤ ਹੈ ਤੇ ਉਸ ਦਾ ਨਿਰਣਾ ਪਰਮਹੰਸ ਨੂੰ ਹੋ ਜਾਂਦਾ ਹੈ। ਪੂਰਬ ਹੋਤੋ ਦੇਹ ਬਹੁ ਧਰ ਹੈ। ਤੇ ਪੂਰਬ ਜਿਹੜੇ ਪਹਿਲਾਂ ਜਿੰਨੀਆਂ ਦੇਹਾਂ ਧਾਰ ਲਈਆਂ, ਉਹ ਸਾਰੀਆਂ ਦੇ ਅੰਦਰ ਆਤਮਾ ਜਿਹੜੀ ਸੀਗੀ ਉਹ ਸਥਿਰ ਸੀਗੀ ਪਰਮਾਤਮਾ ਦੀ, ਤੇ ਜਿਹੜੀ ਦੇਹਾਂ ਨੇ ਉਹ ਪਲਟ ਕੇ ਆ ਰਹੀਆਂ ਨੇ। ਅਬ ਪਰ ਤਖ ਅਰ ਰਹਿ ਭਵਿਖ। ਆਤਮਾ ਜਿਹੜੀ ਹੈ ਉਹ ਹੁਣ ਵੀ ਹੈ, ਪਹਿਲਾਂ ਵੀ ਸੀਗੀ ਤੇ ਅੱਗੇ ਰਹੇਗੀ ਵੀ। ਪਰ ਜਿਹੜਾ ਸਰੀਰ ਹੈ ਉਹ ਨਾ ਪਹਿਲਾਂ ਸੀਗਾ, ਨਾ ਹੁਣ ਹੈ, ਨਾ ਅੱਗੇ ਰਹੇਗਾ, ਉਹ ਨਸ਼ਵਰ ਹੈ। ਯਾ ਤੇ 7 ਲੱਖ ਹੈ ਗੁਰ ਸਿੱਖ। ਇਸ ਕਰਕੇ ਗੁਰੂ ਕੇ ਜਿਹੜੇ ਸਿੱਖ ਨੇ, ਪਰਮਹੰਸ ਨੇ, ਭਾਈ ਪਾਰੋ ਜੁਲਕਾ ਜੀ, ਉਹ ਇਸ ਗੱਲ ਨੂੰ ਸੱਤ ਕਰਕੇ ਜਾਣ ਗਏ ਨੇ। ਖਾਲਸਾ ਜੀ, ਇਹ ਪ੍ਰਸੰਗ ਕੱਲ ਦੇ ਦੀਵਾਨਾਂ ਦੇ ਅੰਦਰ ਸੰਪੂਰਨ ਹੋਏਗਾ। ਅੱਜ ਗੁਰੂ ਪਾਤਸ਼ਾਹ ਮਹਾਰਾਜ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਵੀ ਜੋਤੀ ਜੋਤ ਸਮਾਉਣ ਦਾ ਦਿਹਾੜਾ ਹੈ।
ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਾ ਗੁਰਤਾ ਗੱਦੀ ਦਾ ਦਿਵਸ ਹੈ। ਹੁਣ ਸਮਾਂ ਵਧੇਕ ਹੋ ਗਿਆ, ਮੈਂ ਭਾਈ ਸਾਹਿਬ ਨੂੰ ਦੇਖਿਆ ਤਦ ਘੜੀ ਦੇਖੀ 7 ਪੂਰੇ ਵੱਜ ਗਏ ਨੇ। ਪਰ ਅੱਜ ਗੁਰੂ ਹਰਿਰਾਏ ਸਾਹਿਬ ਦਾ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਾ ਇਤਿਹਾਸ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਕਿਸੇ ਦਿਨ ਫੇਰ ਜ਼ਰੂਰ ਵਿਚਾਰਾਂਗੇ। ਪਰ ਮੈਂ ਟਿਊਬ ਮਾਤਰ ਅੱਜ ਦੇ ਦਿਨ ਦਾ ਇੱਕ ਜ਼ਰੂਰ ਆਪ ਜੀ ਦੇ ਨਾਲ 1 ਮਿੰਟ ਇਤਿਹਾਸ ਸਾਕੇ ਪੰਜੇ ਵਾਲਾ ਵਿਚਾਰ ਕੇ ਫਿਰ ਸਮਾਪਤੀ ਕਰਾਂ, ਕਿਉਂਕਿ ਖਾਲਸਾ ਜੀ ਇੱਥੇ ਯੂਥ ਬੈਠਾ ਸਾਰਾ, ਇਹ ਇਤਿਹਾਸ ਸਾਡੇ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ। ਅੱਜ ਵਾਲੇ ਦਿਨ 30 ਅਕਤੂਬਰ ਨੂੰ 1922, ਅੱਜ ਤੋਂ 99 ਸਾਲ ਪਹਿਲਾਂ ਸਵੇਰੇ 11 ਵਜੇ, ਜਦੋਂ ਸਾਡਾ ਦੇਸ਼ ਆਜ਼ਾਦ ਨਹੀਂ ਹੋਇਆ ਸੀ, ਗੋਰੇ ਬਹੁਤਾਤ ਗਿਣਤੀ ਦੇ ਅੰਦਰ ਸਾਡੇ ਗੁਰੂ ਕੇ ਸਿੱਖਾਂ ਨੂੰ, ਜਿਹਨਾਂ ਦੀ ਗਲਤੀ ਨਹੀਂ ਹੁੰਦੀ ਸੀਗੀ, ਉਹਨਾਂ ਨੂੰ ਵੀ ਪਕੜ ਕੇ ਲਾਹੌਰ ਤੋਂ ਲੈ ਕੇ ਅੱਗੇ ਦੂਰ ਆਪਣੇ ਦੇਸ਼ ਕਲਕੱਤੇ ਤੋਂ ਫਿਰ ਹੋਰ ਰੰਗੂਨ ਕਾਲਾ ਪਾਣੀ ਵੱਲ ਲੈ ਕੇ ਜਾ ਰਹੇ ਸੀਗੇ। ਸਿੱਖਾਂ ਨੂੰ ਪਤਾ ਲੱਗਿਆ ਕਿ ਉਹ ਜਿਹੜੀ ਟ੍ਰੇਨ ਜਿਸ ਤੇ ਉਹ ਜਾ ਰਹੇ ਨੇ ਉਹ ਅਬਦਾਲ ਹਸਨ ਸਟੇਸ਼ਨ ਤੋਂ ਹੋ ਕੇ ਨਿਕਲਣੀ ਹੈ। ਪਾਕਿਸਤਾਨ ਦੇ ਅੰਦਰ ਉਹ ਸਟੇਸ਼ਨ ਹੈ ਤੇ ਗੁਰੂ ਕੇ ਸਿੱਖਾਂ ਨੇ ਇੱਕ ਸਿਦਕ ਬਣਾਇਆ ਵੀ ਚਲੋ ਹੁਣ ਉਹਨਾਂ ਨੂੰ ਲੈ ਕੇ ਤਾਂ ਜਾ ਹੀ ਰਹੇ ਨੇ, ਪਤਾ ਨਹੀਂ ਉਹ ਕਿੰਨੇ ਦਿਨ ਦੇ ਭੁੱਖੇ ਹੋਣਗੇ, ਅਸੀਂ ਉਹਨਾਂ ਨੂੰ ਪ੍ਰਸ਼ਾਦਾ ਛਕਾਈਏ। 2 ਗੁਰੂ ਕੇ ਸਿੰਘ, ਇੱਕ ਭਾਈ ਪ੍ਰਤਾਪ ਸਿੰਘ ਜੀ ਤੇ ਦੂਸਰੇ ਗੁਰੂ ਕੇ ਸਿੱਖ ਸੰਗਤ ਨੂੰ ਨਾਲ ਤਿਆਰ ਕਰ ਲਿਆ। ਜਦੋਂ ਸਾਰੀ ਸੰਗਤ ਤਿਆਰ ਹੋ ਗਈ ਤੇ ਜਾ ਕੇ ਸਟੇਸ਼ਨ ਮਾਸਟਰ ਨੂੰ ਬੇਨਤੀ ਕੀਤੀ ਵੀ ਅਸੀਂ ਇਹ ਟ੍ਰੇਨ ਨੂੰ 10 ਮਿੰਟ ਲਈ ਰੋਕਿਆ ਜਾਵੇ, ਅਸੀਂ ਭੁੱਖੇ ਪ੍ਰਸ਼ਾਦੇ ਸਿੱਖਾਂ ਨੂੰ ਪ੍ਰਸ਼ਾਦਾ ਛਕਾਉਣਾ ਚਾਹੁੰਦੇ ਹਾਂ। ਅੱਜ ਸਵੇਰੇ 11 ਵਜੇ ਸਟੇਸ਼ਨ ਮਾਸਟਰ ਗੋਰਾ ਸੀਗਾ, ਉਹਨੇ ਮਨਾ ਕਰ ਦਿੱਤਾ। ਉਹਨੇ ਕਿਹਾ ਇਸ ਤਰ੍ਹਾਂ ਨਹੀਂ ਹੋ ਸਕਦਾ, ਅਸੀਂ ਆਪਣਾ ਜਿਹੜਾ ਰੂਲ ਬੁੱਕ ਹੈ ਉਹਦੇ ਅਕੋਰਡਿੰਗ ਟ੍ਰੇਨ ਇਸ ਸਟੇਸ਼ਨ ਤੇ ਨਹੀਂ ਰੋਕ ਸਕਦੇ ਔਰ ਇਹ ਟ੍ਰੇਨ ਹੁਣ ਸਿੱਧੀ ਕਲਕੱਤੇ ਹੀ ਰੁਕੇਗੀ। ਜਦੋਂ ਇੰਨੀ ਗੱਲ ਸੁਣੀ, ਭਾਈ ਪ੍ਰਤਾਪ ਸਿੰਘ ਜੀ ਹੋਰ ਸਿੱਖ ਸੰਗਤਾਂ ਦੇ ਮਨ 'ਚ ਬਹੁਤ ਰੋਹ ਹੋਇਆ। ਉਹਨਾਂ ਨੇ ਕਿਹਾ ਗੁਰੂ ਕੇ ਸਿੱਖ ਭੁੱਖੇ ਨਹੀਂ ਜਾਣੇ ਚਾਹੀਦੇ, ਇਹ ਬਾਬੇ ਗੁਰੂ ਨਾਨਕ ਦੀ ਧਰਤੀ ਹੈ ਜਿੱਥੇ ਮਹਾਰਾਜ ਨੇ ਕਦੀ ਵਲੀ ਕੰਧਾਰ ਦਾ ਹੰਕਾਰ ਤੋੜ ਕੇ ਪਹਾੜਾਂ ਨੂੰ ਪੰਜਾ ਲਾ ਕੇ ਰੋਕਿਆ ਸੀ। ਅੱਜ ਤਾਂ ਖਾਲਸਾ ਜੀ ਉੱਥੇ ਪੱਥਰ ਰਹਿ ਗਿਆ ਨਾ, ਕਾਰ ਸੇਵਾ ਵਾਲੇ ਬਾਬਿਆਂ ਦਾ ਘੋੜਾ ਚੱਲ ਗਿਆ, ਪਰ ਉਹ ਪੂਰਾ ਪਹਾੜ ਸੀਗਾ ਜਿਹੜਾ ਮਹਾਰਾਜ ਨੇ ਉੱਪਰੋਂ ਘੱਲਿਆ ਸੀਗਾ, ਜਿੱਤੇ ਮਹਾਰਾਜ ਨੇ ਹੱਥ ਲਾਇਆ ਤੇ ਪੰਜਾ ਸਤਿਗੁਰਾਂ ਦਾ ਲੱਗਿਆ ਗੁਰਦੁਆਰਾ ਪੰਜਾ ਸਾਹਿਬ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਸਥਾਨ ਹੈ। ਭਾਈ ਪ੍ਰਤਾਪ ਸਿੰਘ ਜੀ ਤੇ ਦੂਸਰੇ ਸਿੱਖ ਭਾਈ ਕਰਮ ਸਿੰਘ ਜੀ, ਉਹ ਦੋਨੋਂ ਸਿੱਖਾਂ ਨੇ ਸਿਦਕ ਧਾਰ ਲਿਆ ਵੀ ਅਸੀਂ ਪ੍ਰਸ਼ਾਦਾ ਛਕਾਵਾਂਗੇ। ਸੰਗਤ ਨੂੰ ਅਰਦਾਸ ਕਰ ਲਈ, ਸਟੇਸ਼ਨ ਤੇ ਲੰਗਰ ਤਿਆਰ ਹੈ, ਗੱਡੀ ਦੇ ਆਉਣ ਨੂੰ 10 ਮਿੰਟ ਰਹਿ ਗਏ। 11:10 ਤੇ ਗੱਡੀ ਨੇ ਕ੍ਰਾਸ ਕਰਨਾ ਸੀਗਾ ਸਟੇਸ਼ਨ ਨੂੰ ਤੇ ਗੁਰੂ ਕੇ ਸਿੱਖ ਪਟਰੀਆਂ ਦੇ ਲੇਟ ਗਏ। ਸਟੇਸ਼ਨ ਮਾਸਟਰ ਵਿਸਲ ਵਜਾਉਂਦਾ ਰਿਹਾ, ਉੱਠ ਜਾਓ। ਗੋਰਿਆਂ ਦੀ ਫੌਜ ਵੀ ਬੁਲਾ ਲਈ, ਪਰ ਸਿੰਘ ਬਾਲਟੀਆਂ ਰੇਲਵੇ ਟਰੈਕ ਦੇ ਸਾਈਡ ਕਰਕੇ ਤੇ ਆਪ ਪਟਰੀਆਂ ਤੇ ਲੇਟ ਗਏ। ਕਹਿੰਦੇ ਸਾਡੇ ਉੱਤੋਂ ਗੱਡੀ ਤੇ ਨਿਕਲ ਜਾਵੇਗੀ, ਪਰ ਸਾਡੇ ਕੀ ਪਤਾ ਇਹਨਾਂ ਦੇ ਦਿਲ 'ਚ ਦਇਆ ਆ ਜਾਵੇ, ਸਾਡੇ 1-2 ਦੇ ਉੱਤੋਂ ਗੱਡੀ ਨਿਕਲਿਆ ਵਿਸਲ ਕਰਕੇ ਰੋਕ ਦੇਣ, ਪਰ ਅਸੀਂ ਗੁਰੂ ਕੀ ਸਿੱਖੀ ਤੋਂ ਬੇਮੁਖ ਨਹੀਂ ਹੋਵਾਂਗੇ, ਗੁਰੂ ਕੇ ਸਿੱਖਾਂ ਨੂੰ ਬਿਨਾਂ ਪ੍ਰਸ਼ਾਦਾ ਛਕਾਏ ਨਹੀਂ ਜਾਣ ਦੇਣਾ। ਉਧਰੋਂ ਵਿਸਲ, ਜਦੋਂ ਟ੍ਰੇਨ ਆਉਣ ਦਾ ਵੀ ਸਮਾਂ ਹੋ ਗਿਆ, ਪਿੱਛੋਂ ਜਿਹੜਾ ਗੋਰਾ ਗੱਡੀ ਚਲਾਉਂਦਾ ਆ ਰਿਹਾ ਸੀ ਜ਼ੋਰ ਦੇ ਵਿਸਲ ਵਜਾ ਰਿਹਾ ਸੀ ਵੀ ਰੁਕਣ ਦਾ ਹੁਕਮ ਨਹੀਂ ਸੀ, ਕਿਉਂਕਿ ਗੱਡੀ ਨੇ ਤਾਂ ਕਲਕੱਤੇ ਰੁਕਣਾ ਸੀ। ਪਹਿਲੇ ਕੋਲ ਫਾਇਰਡ ਇੰਜਨ ਹੁੰਦੇ ਸੀਗੇ, ਹੁਣ ਇਲੈਕਟ੍ਰਿਕ ਹੋ ਗਏ ਨੇ, ਉਹਨਾਂ ਦੀ ਬ੍ਰੇਕ ਵੀ ਬਹੁਤ ਪਹਿਲਾਂ ਲਾਣੀ ਪੈਂਦੀ ਹੈ। ਸੋ ਉਹ ਬ੍ਰੇਕ ਵੀ ਉਹਦੇ ਕੰਟਰੋਲ ਤੋਂ ਬਾਹਰ ਹੋ ਗਈ। ਦੂਸਰੇ ਪਾਸੇ ਗੁਰੂ ਕੇ ਸਿੱਖ ਸਿਦਕ ਵਿੱਚ ਭਾਈ ਪ੍ਰਤਾਪ ਸਿੰਘ ਜੀ, ਭਾਈ ਕਰਮ ਸਿੰਘ ਜੀ ਗੱਡੀ ਦੇ ਅੱਗੇ ਸੰਗਤ ਦੇ ਨਾਲ ਲੇਟ ਗਏ। ਪੂਰੀ ਖਿੱਚ ਕੇ ਗੋਰੇ ਨੇ ਬ੍ਰੇਕ ਲਗਾਈ, ਪਰ ਕਾਫੀ ਸਿੱਖ ਸੰਗਤ ਗੱਡੀ ਦੇ ਟਾਇਰਾਂ ਦੇ ਥੱਲੇ ਕੁਚਲੀ ਗਈ। ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਬਹੁਤ ਜ਼ਿਆਦਾ ਸਿੱਖ ਸੰਗਤ ਜਿਹੜੀ ਪਟਰੀ ਦੇ ਪਰਲੇ ਪਾਸੇ ਵੀ ਖੜੀ ਸੀਗੀ ਪਾਲਟੀਆਂ ਫੜ ਕੇ, ਉਹ ਬਚ ਗਈ, ਪਰ ਬਹੁਤਾਤ ਸੰਗਤ ਸ਼ਹੀਦ ਹੋ ਗਈ। ਅੱਜ ਵਾਲੇ ਦਿਨ 30 ਅਕਤੂਬਰ 1922 ਨੂੰ, ਅਗਲੇ ਸਾਲ 100 ਸਾਲ ਹੋ ਜਾਣੇ ਨੇ ਸਾਕਾ ਪੰਜਾ ਸਾਹਿਬ ਨੂੰ। ਗੋਰੇ ਨੂੰ ਗੱਡੀ ਰੋਕਣੀ ਪਈ, ਗੁਰੂ ਕੇ ਸਿੱਖਾਂ ਨੇ ਖਾਲਸਾ ਜੀ ਉੱਥੇ ਪ੍ਰਸ਼ਾਦਾ ਛਕਾਇਆ। ਖਾਲਸਾ ਜੀ ਇੱਕ ਅਵਸਥਾ ਸੋਚ ਕੇ ਦੇਖੋ, ਜਿਹੜੇ ਛਕਣ ਵਾਲਿਆਂ ਦੇ ਹੱਥ ਦੇ ਅੰਦਰ ਪ੍ਰਸ਼ਾਦਾ ਪਿਆ ਹੈ, ਉਹਨਾਂ ਦੇ ਸਾਹਮਣੇ ਗੁਰੂ ਕੇ ਮਹਾਨ ਬੰਦਗੀ ਵਾਲੇ ਸਿੱਖਾਂ ਦੀਆਂ ਲਾਸ਼ਾਂ ਪਈਆਂ ਨੇ, ਪਰ ਉਹਨਾਂ ਦਾ ਸਿਦਕ ਕੀ ਸੀਗਾ ਬਈ ਇਹ ਸਿੰਘਾਂ ਨੇ ਗੱਡੀ ਤਾਂ ਰਕਾਈ ਹੈ ਵੀ ਇਸ ਨੂੰ ਪ੍ਰਸ਼ਾਦਾ ਛਕਾਣਾ ਹੈ। ਮੂੰਹ 'ਚ ਬੁਰਕੀਆਂ ਵੀ ਪਾਉਂਦੇ ਰਹੇ, ਅੱਖਾਂ 'ਚੋਂ ਖੂਨ ਦੇ ਹੰਝੂ ਵੀ ਡੋਲਦੇ ਰਹੇ। ਖਾਲਸਾ ਜੀ ਗੁਰੂ ਕੀ ਸੰਗਤ ਨੇ ਪ੍ਰਸ਼ਾਦਾ ਛਕਾਇਆ
ਸ਼ਹੀਦ ਭਾਈ ਪ੍ਰਤਾਪ ਸਿੰਘ, ਭਾਈ ਕਰਮ ਸਿੰਘ ਜੀ ਦਾ ਨਾਮ ਸੁਨਹਿਰੀ ਅੱਖਰਾਂ ਦੇ ਅੰਦਰ ਜਦ ਤੱਕ ਧਰਤੀ ਰਹੇਗੀ, ਸੂਰਜ ਆਕਾਸ਼ ਰਹਿਣਗੇ, ਗੁਰੂ ਕੇ ਸਿੰਘ ਐਸੇ ਤਰ੍ਹਾਂ ਹੀ ਸਿਦਕ ਦੇ ਨਾਲ ਪ੍ਰਸ਼ਾਦਾ ਛਕਾਉਂਦੇ ਰਹਿਣਗੇ। ਉਹਨਾਂ ਦੀ ਮਹਾਨ ਸ਼ਹਾਦਤਾਂ ਨੇ ਉੱਥੇ ਸਥਾਨ ਤੇ। ਹੁਣ ਦਾਸ ਗਿਆ ਤਾਂ ਸੀਗਾ ਪਿਛਲੇ ਸਾਲ 2020 ਚ, ਪਰ ਅਸੀਂ ਅੱਗੇ ਨਹੀਂ ਜਾ ਸਕਦੇ ਸੀਗੇ ਕਿਉਂਕਿ ਇਜਾਜ਼ਤ ਸਿਰਫ ਕਰਤਾਰਪੁਰ ਸਾਹਿਬ ਤੱਕ ਜਾਣ ਤੱਕ ਦੀ ਸੀਗੀ। ਬੜੀ ਇੱਛਾ ਸੀਗੀ ਪਾਤਸ਼ਾਹ ਦੇ ਉਹ ਸ਼ਹੀਦਾਂ ਦੇ ਸਥਾਨਾਂ ਦੇ ਦਰਸ਼ਨ ਕਰੀਏ, ਕਿਉਂਕਿ ਖਾਲਸਾ ਜੀ ਸ਼ਹੀਦਾਂ ਦਾ ਜਿੱਥੇ ਖੂਨ ਡੁੱਲਦਾ ਹੈ ਉੱਥੋਂ ਕਰੋੜਾਂ ਹੀ ਹੋਰ ਗੁਰੂ ਕੇ ਸਿੱਖ ਦਰਸ਼ਨ ਕਰਕੇ ਬੰਦਗੀ ਲੈ ਜਾਂਦੇ ਨੇ। ਅੱਜ ਫਤਿਹਗੜ੍ਹ ਸਾਹਿਬ ਦੀ ਧਰਤੀ ਸੀਗੀ ਤਦ ਉੱਥੇ ਦੋ ਹੀ ਸੀਗੇ ਨਾ, ਬਾਬਾ ਜੋਰਾਵਰ ਸਿੰਘ ਤੇ ਫਤਿਹ ਸਿੰਘ, ਸਾਰੇ ਤੁਰਕ ਸੀਗੇ। ਹੁਣ ਦੋ ਦਾ ਹੀ ਖੂਨ ਡੁੱਲਿਆ, ਅੱਜ ਕਰੋੜਾਂ ਹੀ ਸਿੱਖ ਮੱਥਾ ਟੇਕ ਕੇ ਉਧਰੋਂ ਬੰਦਗੀਆਂ ਦਾ ਦਾਤਾਂ ਅੰਮ੍ਰਿਤ ਵੇਲੇ ਭਜਨ ਬੰਦਗੀ ਲੈ ਕੇ ਜਾਂਦੇ ਨੇ। ਖਾਲਸਾ ਜੀ ਉਸ ਸਥਾਨਾਂ ਦੇ ਦਰਸ਼ਨ ਵੀ ਜ਼ਰੂਰ ਕਰੀਏ। ਉਹ ਮਹਾਨ ਗੁਰੂ ਕੇ ਸਿੱਖ ਧੰਨ ਧੰਨ ਭਾਈ ਪ੍ਰਤਾਪ ਸਿੰਘ ਜੀ, ਉਹਨਾਂ ਦੀ ਉਮਰ 34 ਸਾਲ ਦੀ ਸੀਗੀ। ਭਾਈ ਕਰਮ ਸਿੰਘ ਜੀ 24 ਸਾਲ ਦੇ, ਹਜੇ ਵਿਆਹ ਨਹੀਂ ਹੋਇਆ ਸੀਗਾ। ਕਈਆਂ ਮਹਾਪੁਰਸ਼ਾਂ ਦੇ ਇਤਿਹਾਸ 'ਚ ਇਹ ਵੀ ਸੁਣਨ ਨੂੰ ਮਿਲਿਆ ਉਹਨਾਂ ਦੇ ਰਿਸ਼ਤੇ ਦੀ ਗੱਲ ਚੱਲ ਰਹੀ ਸੀ, ਤੇ ਜਿੱਥੇ ਗੱਲ ਚੱਲ ਰਹੀ ਸੀ ਉਹ ਬੀਬੀ ਨੇ ਸਾਰੀ ਉਮਰ ਨਿਕਾਹ ਨਹੀਂ ਕਰਾਇਆ, ਵਿਆਹ ਨਹੀਂ ਕਰਾਇਆ, ਬਈ ਭਾਈ ਕਰਮ ਸਿੰਘ ਜੀ ਦੇ ਨਾਲ ਰਿਸ਼ਤਾ ਹੋਣਾ ਸੀਗਾ। ਪਰ ਹੁਣ ਗੁਰੂ ਕੇ ਸਿੱਖ ਸ਼ਹੀਦ ਹੋ ਗਏ ਨੇ, ਹੁਣ ਅਸੀਂ ਵੀ ਕੁਵਾਰਾ ਡੋਲਾ ਹੀ ਰੱਖਾਂਗੇ। ਸੋ ਖਾਲਸਾ ਜੀ ਉਹ ਰੋ ਰੀਤੀ ਗੁਰੂ ਕੇ ਮਹਾਨ ਸਿੰਘਾਂ ਨੇ ਸਾਕਾ ਪੰਜਾ ਸਾਹਿਬ ਅੱਜ ਵਾਲੇ ਦਿਨ ਸਿੱਖੀ ਕਮਾ ਕੇ ਕੀਤੀ ਹੈ। ਉਹਨਾਂ ਦੀ ਮਹਾਨ ਸ਼ਹਾਦਤ ਨੂੰ ਕੋਟਾਨ ਪ੍ਰਣਾਮ ਹੈ। ਇੱਥੇ ਖਾਲਸਾ ਜੀ ਸਮਾਪਤੀ ਅੱਜ ਦੇ ਦੀਵਾਨਾਂ ਦੀ। ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਉਏ ਹੋ, ਨਾਨਕ ਚਾਉਏ ਹੋ, ਨਾਨਕ ਚਾਉਏ ਹੋ, ਨਾਨਕ ਚਾਉਏ ਹੋ। हे गोबिंद हे गोपाल हे दयाल लाल, प्राणनाथ ना सखे दीन दर्द निवार, हे समर्थ गम पूर्ण मोहे मया तार। ਅੰਧਕੂਪ ਮਹਾ ਭਿਆਨ, ਨਾਨਕ ਪਾਰਿ ਉਤਾਰ। आए प्रभ शरणागति कृपा निध दयाल, एक अखर हर मन बसत नानक होत निहाल। फाहे काटे मिटे गवन, फतेह भई मन जीत, नानक गुर ते थित पाई, फिरन मिटे नित नीत। वाहिगुरु जी का खालसा, वाहिगुरु जी की फतेह।